इस वार एक होर नवीं किताब लैके पेश होया हाँ। इस किताब का नाम है नंगी धुप, जिस दे लेखक ने बलवंत गार्गी। तो इन्हां दियां बहुत सारियां रचनावां ने जिहड़ियां साडे कोल छपियां पईयां ने, ते जिहदे विच उन्होंने कई नाटक लोहा कुट, सैल पत्थर, नवां मुੱਢ, केसरो, कणक दी बल्ली, सोहणी महवाल, धूणी दी अग, गगन में थाल, सुल्तान रजिया, सौंकण, मिर्जा साहिबां, अभिसारिका, बल दे टिब्बे वर्गे नाटक सानूं दित्ते ने। कुआरी टीसी, पत्तण दी बेड़ी, चाकू पैतड़ा बाज, एक नावल कक्का रेता, कुछ कहानियां, मिर्चां वाला साध, डुल्ले बेर, काला अंब तो मैं भी पढ़ी है, बहुत सैक्सी टाइप कहानी है। खोजां दे विच एक रंगमंच, लोक नाटक, पंजाब दे महान कलाकार। लेखां दे विच बलवंत गार्गी ने लिखे आ शरबत दीआं घुट्टां, निम्म दे पत्ते, सुरमे वाली अख, कोडियां वाला सप ते हसीन चेहरे। एक यात्रा भी आ पताल दी धरती, ते स्वै जीवनी उन्हां दी नंगी धुप ते काशनी वेड़ा। नंगी धुप स्वै जीवनी है जिहड़ी आपां हुण शुरू कर लगे हाँ। इहदे 17 भाग ने कुल। लगभग ये किताब जेकर मैं वेखां तां 223 वर्कियां दी आ। कोशिश करांगे आपां इहनूं छेती तो छेती खत्म करन दी, ते 17 भागां नूं 17 एपीसोडां विच खत्म करांगे, पर डिपेंड करदा आ कि स्पीड किन्नी है साडी। किताब बड़ी वधिया लिखी आ। ते हुण मैं शुरू करदा किताब। ते किताब शुरू होण तो पहिलां दस्सां कि ਇਹਦੇ ਜਿਹੜੇ ਪ੍ਰਕਾਸ਼ਕ ਨੇ ਉਹ ਹੈਗੇ ਨੇ ਨਵਯੁਗ ਪਬਲਿਸ਼ਰਜ਼, ਦਿੱਲੀ ਤੋਂ ਨੇ। ਕਿਤਾਬ ਲਿਖਣ ਤੋਂ ਪਹਿਲਾਂ ਉਹਨਾਂ ਨੇ 2 ਸ਼ਬਦ ਲਿਖੇ ਆ ਬਲਵੰਤ ਗਾਰਗੀ ਨੇ, ਆਪਾਂ ਉਹਨੂੰ ਸ਼ੇਅਰ ਕਰਨਾ ਬਣਦਾ ਵੀ ਆ। ਤੇ ਮੈਂ ਉਹ 2 ਸ਼ਬਦ ਤੁਹਾਡੇ ਨਾਲ ਸ਼ੇਅਰ ਕਰਦਾ ਜਿਹਦੇ ਵਿੱਚ ਲਿਖਿਆ ਆ, ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਹਾਂ, ਚੰਗੀ ਕਲਾ ਦਾ ਸੂਚਕ ਨਹੀਂ। ਲਿਖਣ ਲੱਗਿਆਂ ਲੁਕੇ ਹੋਏ ਰਾਜ ਅਤੇ ਦੱਬੇ ਹੋਏ ਪਾਪ ਉਜਾਗਰ ਹੋਣ ਤੇ ਉਹਨਾਂ ਦੀ ਅੰਦਰਲੀ ਗਤੀ ਪ੍ਰਤੱਖ ਹੋਵੇ ਤਾਂ ਲੇਖਕ ਨੂੰ ਵੀ ਇੱਕ ਨਵੀਂ ਸੂਝ ਤੇ ਚਾਨਣ ਮਿਲਦਾ ਹੈ। ਮੈਂ ਆਪਣੇ ਬਾਰੇ ਲਿਖ ਰਿਹਾ ਹਾਂ, ਮਨ ਦੀਆਂ ਤਪਦੀਆਂ ਛਾਵਾਂ, ਸੁਚੇਤ ਤੇ ਅਚੇਤ ਦੀ ਟੱਕਰ, ਦੋਸਤਾਂ ਤੇ ਮਹਿਬੂਬ, ਤੀਵੀਆਂ ਦੇ ਜਜ਼ਬੇ, ਸਿੰਮੇ ਚਿੱਤਰ, ਪਿਆਰ, ਤੜਫਾਂ ਤੇ ਨਫ਼ਰਤ ਦੀਆਂ ਚਿਣਗਾਂ, ਇਹ ਸਭ ਕੁਝ ਵਰਤਮਾਨ ਸਮਾਜ ਦੇ ਪਿਛੋਕੜ ਵਿੱਚ ਵਾਪਰਦਾ ਹੈ। ਨੰਗੀ ਧੁੱਪ ਮੇਰੇ ਆਪਣੇ ਜੀਵਨ ਉੱਤੇ ਆਧਾਰਿਤ ਹੈ। ਜਦੋਂ ਕੋਈ ਲੇਖਕ ਆਪਣੇ ਇਮੇਜ ਨੂੰ ਲਿਸ਼ਕਾਉਣ ਦੀ ਫਿਕਰ ਕਰਨ ਲੱਗ ਪਵੇ ਤਾਂ ਉਹ ਉਸੇ ਥਾਂ ਖੜਾ ਰਹਿ ਜਾਂਦਾ ਹੈ। ਹਰ ਨਵੀਂ ਰਚਨਾ ਇੱਕ ਨਵਾਂ ਸਫ਼ਰ ਤੇ ਨਵੀਂ ਸਵੈ ਖੋਜ ਹੈ। ਮੇਰਾ ਇੱਕੋ ਇਮੇਜ ਨਹੀਂ, ਮੈਂ ਉਸ ਨੂੰ ਹਮੇਸ਼ਾ ਤੋੜਦਾ ਰਿਹਾ ਹਾਂ ਤੇ ਇਸ ਤਰ੍ਹਾਂ ਨਵਾਂ ਇਮੇਜ ਬਣਾਉਂਦਾ ਰਿਹਾ ਹਾਂ। ਠਹਿਰਾ ਹੋਇਆ ਇਮੇਜ, ਜੰਮਿਆ ਹੋਇਆ ਇਮੇਜ, ਸਥਾਪਿਤ ਇਮੇਜ ਇੱਕ ਮੁਰਦਾ ਚੀਜ਼ ਹੈ। ਇਸ ਨੂੰ ਹਰ ਵਾਰ ਨਵੀਂ ਧੜਕਣ ਤੇ ਨਵੇਂ ਸਾਹ ਦੀ ਲੋੜ ਹੈ। ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗ। ਇਹੋ ਇਹਨਾਂ ਦੀ ਖੂਬਸੂਰਤੀ ਹੈ ਤੇ ਇਹੋ ਇਹਨਾਂ ਦਾ ਦੋਸ਼। ਮੈਂ ਜਿਸ ਦੀਵੀ ਨੂੰ ਪਿਆਰ ਕੀਤਾ ਉਸ ਦੇ ਹੁਸਨ ਤੇ ਨੰਗੇਜ ਨੂੰ ਚਿਤਰਿਆ ਹੈ। ਜਦੋਂ ਕੋਈ ਪੇਂਟਰ ਜਾਂ ਬੁੱਤਘਾੜਾ ਨਗਨ ਮੂਰਤੀ ਬਣਾਉਂਦਾ ਹੈ ਤਾਂ ਉਹ ਆਪਣੀ ਮਾਂ ਜਾਂ ਮਹਿਬੂਬ ਦੇ ਨਿਤੰਬ ਤੇ ਮੰਮੇ ਹੀ ਸਿਰਜ ਰਿਹਾ ਹੁੰਦਾ ਹੈ। ਉਹ ਆਦ ਅਨੁਭਵ ਜੋ ਹਮੇਸ਼ਾ ਨੰਗੇ ਹਨ, ਸੱਚ ਖੁਦ ਨੰਗਾ ਹੈ। ਮੈਂ ਨੰਗੇ ਸੱਚ ਦਾ ਪੁਜਾਰੀ ਹਾਂ, ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖੁਦ ਵੀ ਇਕੱਲਾ ਤੇ ਨੰਗਾ ਹੈ। ਆਪਣੇ ਸਰੀਰ ਦੀ ਚਮੜੀ ਨਾਲੋਂ ਕੋਈ ਹੋਰ ਚੀਜ਼ ਵਧੇਰੇ ਨਿੱਘ ਨਹੀਂ ਦਿੰਦੀ। ਮੈਂ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਵਾਂ, ਅਸਲੀ ਸ਼ਹਿਰ ਅਤੇ ਅਸਲੀ ਘਟਨਾਵਾਂ ਵਰਤੀਆਂ ਹਨ, ਪਰ ਕਿਤੇ ਕਿਤੇ ਕਾਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ। ਮੇਰਾ ਮਨੋਰਥ ਤੁਹਾਨੂੰ ਸਿਰਫ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ। ਡੂੰਘੀਆਂ ਤੇ ਲੁਕੀਆਂ ਹਕੀਕਤਾਂ, ਵਾਸ਼ਨਾ ਦਾ ਟੂਣਾ, ਲਹੂ ਵਿੱਚ ਮੱਚਦੀਆਂ ਖਾਹਿਸ਼ਾਂ ਤੇ ਰਚਨਾ ਦੇ ਆਪ ਹੁਦਰੇ ਅਮਲ। ਮੇਰੀ ਇਹ ਲਿਖਤ ਵਿੱਚ ਘਟਨਾਵਾਂ ਸਮੇਂਬੱਧ ਅਤੇ ਲੜੀਬੰਦ ਨਹੀਂ ਹਨ। ਅਤੀਤ ਦੇ ਭਵਿੱਖ ਅੱਗੜ ਪਿਛੜ ਹੋ ਜਾਂਦੇ ਹਨ। ਘਟਨਾਵਾਂ ਬਿੰਬ ਤੇ ਪਿਛਲ ਝਾਤਾਂ ਕਈ ਵਾਰ ਇੱਕੋ ਸਮੇਂ ਨਹੀਂ ਜਾਗਦੀਆਂ, ਇੱਕੋ ਸਮੇਂ ਜਾਗਦੀਆਂ ਹਨ। ਮੇਰੀਆਂ ਅੱਖਾਂ ਜਦੋਂ ਕਿਸੇ ਘੋੜੇ ਨੂੰ ਦੇਖਦੀਆਂ ਹਨ ਤਾਂ ਜ਼ਰੂਰੀ ਨਹੀਂ ਕਿ ਮੇਰੀਆਂ ਨਜ਼ਰਾਂ ਪਹਿਲਾਂ ਸਿਰ ਉੱਤੇ ਪਵੇ। ਬਿਲਕੁਲ ਸੰਭਵ ਹੈ ਕਿ ਮੈਂ ਪਹਿਲਾਂ ਘੋੜੇ ਦੀ ਉੱਡਦੀ ਹੋਈ ਅਯਾਲ ਦੇਖਾਂ ਜਾਂ ਉਸਦੇ ਪੌੜ। ਯਥਾਰਥ ਕੋਈ ਵਾਰ ਬੜਾ ਔੜਾ ਤੇ ਪੁੱਠਾ ਚਮਤਕਾਰ ਹੁੰਦਾ ਹੈ। 27 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀ, ਬਲਵੰਤ ਗਾਰਗੀ। ਤੇ ਦੋਸਤੋ ਸ਼ੁਰੂ ਕਰਦੇ ਹਾਂ ਇਹ ਨਾਵਲ ਦਾ ਪਹਿਲਾ ਭਾਗ। ਨਾਵਲ ਦਾ ਨਾਂ ਹੈ ਨੰਗੀ ਧੁੱਪ।
ਤੇ ਲੇਖਕ ਬਲਵੰਤ ਗਾਰਗੀ ਤੇ ਮੈਂ ਤੁਹਾਡਾ ਮਿੱਤਰ ਦੋਸਤ ਜੋ ਵੀ ਕਹਿ ਲਓ ਜਗਦੀਪ ਸਿੰਘ ਥਿੰਦ ਇਟਲੀ ਤੋਂ। ਕੋਸ਼ਿਸ਼ ਮੇਰੀ ਇਹੀ ਆ ਕਿ ਜਿਹੜੇ ਵੀਰ ਕਿਤਾਬਾਂ ਨਹੀਂ ਪੜ੍ਹ ਸਕਦੇ ਸਮੇਂ ਦੀ ਘਾਟ ਕਾਰਨ, ਕੰਮਾਂ ਦੇ ਮਸਲਿਆਂ ਕਰਕੇ, ਤੇ ਘੱਟ ਤੋਂ ਘੱਟ ਉਹ ਆਡੀਓ ਦੇ ਰੂਪ ਵਿੱਚ ਤਾਂ ਉਹਨੂੰ ਸੁਣ ਸਕਦੇ ਆ, ਜਿਸ ਨਾਲ ਕਿ ਸਾਡੀ ਕਿਤਾਬਾਂ ਨਾਲ ਜਾਣ ਪਛਾਣ ਬਣੀ ਰਹੇ। ਤੇ ਸ਼ੁਰੂ ਕਰਾਂ ਭਾਗ ਪਹਿਲਾ, ਨੰਗੀ ਧੁੱਪ। ਜਦੋਂ ਮੈਂ ਜੀਨੀ ਨੂੰ ਸਿਆਟਲ ਵਿੱਚ ਮਿਲਿਆ ਉਸ ਵੇਲੇ ਮੇਰੇ 3 ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ, ਤਿੰਨੇ ਵਫਾਦਾਰ, ਤਿੰਨੇ ਵੇਗਮਤੀਆਂ, ਤਿੰਨੇ ਕੌਲ ਕਲਾਰ ਦੀਆਂ ਪੂਰੀਆਂ। ਮੈਂ ਪਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ, ਕਿਸ ਨੂੰ ਲਾਰਾ ਲਾਵਾਂ, ਕਿਸ ਨੂੰ ਧੋਖਾ ਦੇਵਾਂ। ਮੈਂ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸੀ। ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਕਲਾਸ ਪੰਜਾਬੀ ਸੱਭਿਆਚਾਰ ਬਾਰੇ ਸ਼ੁਰੂ ਕੀਤੀ ਜੋ ਹਫ਼ਤੇ ਵਿੱਚ 3 ਵਾਰ ਜੁੜਦੀ ਸੀ। ਦਰਅਸਲ ਇਹ ਕਲਾਸ 19 ਸਾਲ ਦੀ ਕੁੜੀ ਮਾਰਸ਼ਾ ਨੇ ਖਾਸ ਤੌਰ ਤੇ ਮੈਨੂੰ ਆਖ ਕੇ ਲਗਵਾਈ ਸੀ। ਮਾਰਸ਼ਾ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਸ਼ਾਮ ਮੇਰੇ ਨਾਲ ਬਿਤਾਉਣਾ ਚਾਹੁੰਦੀ ਸੀ। ਜੀਨੀ ਨੇ ਇਸ਼ਤਿਹਾਰ ਪੜ੍ਹਿਆ ਤੇ ਉਹ ਵੀ ਇਸ ਕਲਾਸ ਵਿੱਚ ਦਾਖਲ ਹੋ ਗਈ। ਉਹ ਯੂਨੀਵਰਸਿਟੀ ਦੇ ਇੱਕ ਵਿਭਾਗ ਵਿੱਚ ਕੰਮ ਕਰ ਰਹੀ ਸੀ। ਇੱਕ ਦਿਨ ਮਾਰਸ਼ਾ ਕਲਾਸ ਵਿੱਚ ਨਾ ਆਈ। ਮੈਂ ਆਪਣੇ ਘਰ ਵਾਪਸ ਆਉਂਦਿਆਂ ਜੀਨੀ ਨੂੰ ਆਪਣੀ ਕਾਰ ਵਿੱਚ ਲਿਫਟ ਦਿੱਤੀ। ਉਸਨੇ ਮੇਰਾ ਸ਼ੁਕਰੀਆ ਅਦਾ ਕੀਤਾ ਤੇ 1 ਮਿੰਟ ਰੁਕਣ ਲਈ ਕਿਹਾ। ਉਹ ਦੌੜ ਕੇ ਆਪਣੇ ਅਪਾਰਟਮੈਂਟ ਵਿੱਚ ਗਈ ਜੋ ਇੱਕ ਵੀਰਾਨ ਬਾਗ ਵਿੱਚ ਸੀ ਤੇ ਛੇਤੀ ਹੀ ਇੱਕ ਨਿੱਕਾ ਜਿਹਾ ਪੈਕਟ ਲੈ ਕੇ ਮੁੜੀ। ਬੋਲੀ, ਲਓ, ਇਹ ਘਰ ਦਾ ਬਣਾਇਆ ਕੇਕ ਹੈ। ਮੈਂ ਬਣਾਇਆ ਸੀ। ਤੁਹਾਨੂੰ ਬਾਜ਼ਾਰੀ ਕੇਕ ਨਹੀਂ ਖਾਣੇ ਚਾਹੀਦੇ, ਇਹ ਆਖ ਕੇ ਉਹ ਚਲੀ ਗਈ। ਇੱਕ ਦਿਨ ਉਹ ਮੇਰੇ ਅਪਾਰਟਮੈਂਟ ਵਿੱਚ ਆਈ ਅਤੇ ਮੇਰੇ ਅਣਧੋਤੇ ਕੱਪੜਿਆਂ ਦੀ ਗੰਢੜੀ ਬੰਨ੍ਹ ਕੇ ਲੈ ਗਈ। ਦੂਜੇ ਦਿਨ ਉਹ ਕੱਪੜਿਆਂ ਨੂੰ ਮਸ਼ੀਨ ਵਿੱਚ ਧੋ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੈ ਆਈ। ਜਦੋਂ ਜਾਣ ਲੱਗੀ ਤਾਂ ਮੈਂ ਪੁੱਛਿਆ, ਮੈਂ ਤੈਨੂੰ ਛੱਡ ਆਵਾਂ? ਉਹ ਬੋਲੀ, ਨਹੀਂ, ਮੈਨੂੰ ਪੈਦਲ ਚੱਲਣਾ ਬਹੁਤ ਚੰਗਾ ਲੱਗਦਾ ਹੈ। ਜੀਨੀ ਨੂੰ ਪੈਦਲ ਸੈਰ ਕਰਨ ਦਾ ਸ਼ੌਂਕ ਸੀ। ਉਸ ਦੀਆਂ ਲੱਤਾਂ ਲੰਮੀਆਂ ਅਤੇ ਚਾਲ ਵਿੱਚ ਤੇਜ਼ੀ ਤੇ ਲਚਕ ਸੀ। ਉਹ ਚਾਹੁੰਦੀ ਸੀ ਕਿ ਨਿਊਯਾਰਕ ਵਿੱਚ ਜਾ ਕੇ ਸ਼ਿਕਾਰੀ ਕੁੱਤਿਆਂ ਨੂੰ ਸੈਰ ਕਰਾਉਣ ਦਾ ਕੰਮ ਕਰੇ। ਤਨਖਾਹ $3 ਫੀ ਘੰਟਾ। ਇਸ ਦੇ ਨਾਲ ਹੀ ਚਮੜੇ ਦਾ ਪਤਲਾ ਖੂਬਸੂਰਤ ਕੋਟ, ਲੰਮੀਆਂ ਖੂਬਸੂਰਤ ਸਿਆਹ ਜੁਰਾਬਾਂ, ਮੇਮਣੇ ਦੀ ਖੱਲ ਦੇ ਉੱਚੇ ਕਾਲੇ ਬੂਟ ਮਿਲਦੇ। ਉਹ ਇਹਨਾਂ ਸ਼ਿਕਾਰੀ ਪਾਲਤੂ ਕੁੱਤਿਆਂ ਨੂੰ ਸੈਰ ਕਰਾਉਣ ਲੈ ਕੇ ਜਾਣ ਬਾਰੇ ਸੋਚਦੀ। ਅਮੀਰ ਆਦਮੀਆਂ ਦੇ ਘਰਾਂ ਵਿੱਚ ਡੱਕੇ ਹੋਏ ਅਲੇਸ਼ੇਸ਼ੀਅਨ ਤੇ ਬੁਲਡਾਗਾਂ ਨੂੰ ਬਾਹਰ ਕੌਣ ਲਿਜਾਂਦਾ? ਅਮੀਰਾਂ ਨੂੰ ਇਤਨੀ ਵਿਹਲ ਕਿੱਥੇ? ਉਹ ਇਹਨਾਂ ਖੌਫਨਾਕ ਕੁੱਤਿਆਂ ਨੂੰ ਸੰਗੀ ਨਾਲ ਬੰਨੀ ਬੇਧੜਕ ਨਿਊਯਾਰਕ ਦੀਆਂ ਸੜਕਾਂ ਉੱਤੇ ਸੈਰ ਕਰਾਉਣ ਦੇ ਖਾਬ ਲੈਂਦੀ। ਇਸ ਤਰ੍ਹਾਂ ਇਹ ਕੁੱਤੇ ਉਸ ਦੀ ਰਾਖੀ ਵੀ ਕਰ ਸਕਦੇ ਸਨ। ਕਿਸੇ ਗੁੰਡੇ ਦੀ ਕੀ ਮਜਾਲ ਕਿ ਉਸ ਨੂੰ ਛੇੜ ਸਕੇ। ਨਾਲੇ ਉਸ ਦਾ ਆਪਣਾ ਪੈਦਲ ਸੈਰ ਕਰਨ ਦਾ ਚਾਅ ਵੀ ਪੂਰਾ ਹੋ ਜਾਏਗਾ ਤੇ ਨਾਲੇ ਪੈਸੇ ਵੀ ਬਹੁਤੇ ਮਿਲਣਗੇ। ਕਮ ਅਜ਼ ਕਮ ਯੂਨੀਵਰਸਿਟੀ ਦੇ ਵਿਭਾਗ ਵਿੱਚ ਕੁਰਸੀ 'ਤੇ ਬੈਠ ਕੇ 8 ਘੰਟੇ ਕੰਮ ਕਰਨ ਤੋਂ ਇਹ ਸੈਰ ਕਰਨ ਵਾਲਾ ਕੰਮ ਕਿਤੇ ਚੰਗਾ ਸੀ। ਜੀਨੀ ਇਕੱਲੀ ਰਹਿੰਦੀ ਸੀ। 18 ਸਾਲਾਂ ਦੀ ਉਮਰ ਪਿੱਛੋਂ ਅਮਰੀਕਾ ਵਿੱਚ ਕੋਈ ਕੁੜੀ ਆਪਣੇ ਘਰ ਨਹੀਂ ਰਹਿੰਦੀ। ਸਭ ਆਪਣੇ ਮਾਪਿਆਂ ਨੂੰ ਅਲਵਿਦਾ ਫਲੈਟ ਤੋਂ ਲੈ ਕੇ ਕਿਸੇ ਸਹੇਲੀ ਨਾਲ ਜਾਂ ਕਿਸੇ ਦੋਸਤ ਨਾਲ ਰਹਿੰਦੀਆਂ ਹਨ। ਉੱਥੇ ਕੋਈ ਬਾਬਲ ਦਾ ਵਿਹੜਾ ਨਹੀਂ। ਸਗੋਂ ਜੇ ਕੋਈ ਕੁੜੀ ਮਾਪਿਆਂ ਨਾਲ ਹੀ ਰਹਿੰਦੀ ਰਹੇ ਤਾਂ ਇਹ ਇਤਨੀ ਹੀ ਅਜੀਬ ਤੇ ਜਿੱਲਤ ਵਾਲੀ ਗੱਲ ਹੈ ਜਿਵੇਂ ਪੰਜਾਬ ਦੇ ਪਿੰਡ ਵਿੱਚ ਕੋਈ ਜਵਾਨ ਕੁੜੀ ਮਾਪਿਆਂ ਤੋਂ ਵੱਖਰੀ ਹੋ ਕੇ ਕੋਈ ਚੁਬਾਰਾ ਲੈ ਕੇ ਰਹਿਣ ਲੱਗ ਪਵੇ। ਜੀਨੀ ਦੇ ਮਾਤਾ ਪਿਤਾ ਸਿਆਟਲ ਵਿੱਚ ਹੀ ਰਹਿੰਦੇ ਸਨ, ਵਾਸ਼ਿੰਗਟਨ ਝੀਲ ਤੋਂ ਪਾਰ। ਪਰ ਮੈਨੂੰ ਇਸ ਦਾ ਨਹੀਂ ਸੀ ਪਤਾ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਦਾ ਪਿਤਾ ਇੱਕ ਵੱਡੇ ਨੈਸ਼ਨਲ ਬੈਂਕ ਦਾ ਵਾਈਸ ਪ੍ਰੈਜ਼ੀਡੈਂਟ ਸੀ। ਜੀਨੀ ਨੇ ਕਦੇ ਆਪਣੇ ਘਰ ਦੀ ਗੱਲ ਕੀਤੀ ਹੀ ਨਹੀਂ ਸੀ। ਕਈ ਵਾਰ ਮੈਂ ਤੇ ਜੀਨੀ ਇੱਕ ਛੋਟੇ ਜਿਹੇ ਕੈਫੇ ਵਿੱਚ ਜਾਂਦੇ ਤੇ ਅਸੀਂ ਉੱਥੇ ਕਈ ਘੰਟੇ ਬੈਠਦੇ। ਉਹ ਚਾਕਲੇਟ ਆਈਸਕ੍ਰੀਮ ਦਾ ਆਰਡਰ ਦਿੰਦੀ ਤੇ ਮੈਂ ਕਾਫੀ ਦਾ। ਉਹ ਚੰਗੀ ਖੁਰਾਕ ਬਾਰੇ ਮੈਨੂੰ ਪ੍ਰੇਰਦੀ, ਆਖਦੀ ਕਿ ਤੈਨੂੰ ਤਲੀਆਂ ਹੋਈਆਂ ਚੀਜ਼ਾਂ ਤੇ ਡਬਲ ਰੋਟੀ ਘੱਟ ਖਾਣੀ ਚਾਹੀਦੀ ਹੈ। ਮੈਨੂੰ ਸਾਲਮਨ ਮੱਛੀ, ਰੋੜਾ ਮੀਟ, ਦੁੱਧ ਤੇ ਨਿੰਬੂ ਦੇ ਸੰਗਤਰੇ ਤੇ ਮਾਲਟੇ ਖਾਣੇ ਚਾਹੀਦੇ ਹਨ। ਪਰ ਮੈਨੂੰ ਇਹ ਚੀਜ਼ਾਂ ਬਹੁਤ ਘੱਟ ਪਸੰਦ ਸਨ। ਮੈਂ ਹਾਲੇ ਵੀ ਤਕੜੀ ਹੋਈ ਮਾਹ ਦੀ ਦਾਲ ਤੇ ਹਰੀਆਂ ਮਿਰਚਾਂ ਦੇ ਅਚਾਰ ਦਾ ਸ਼ੌਕੀਨ ਸਾਂ। ਤੜਕੀ ਹੋਈ ਮਾਂ ਦੀ ਦਾਲ
ਮੇਰਾ ਫਲੈਟ 2 ਮੰਜ਼ਿਲੇ ਮਕਾਨ ਦੇ ਉੱਪਰਲੇ ਹਿੱਸੇ ਵਿੱਚ ਸੀ। ਵਧੀ ਹੋਈ ਖੁੱਲੀ ਬਾਲਕੋਨੀ ਵਿੱਚੋਂ ਹੇਠਾਂ ਦਰਖਤਾਂ ਅਤੇ ਘਾਹ ਨਾਲ ਸ਼ਿੰਗਾਰੀ ਢਾਲਵਾਨ ਸੀ। ਉਸ ਤੋਂ ਅੱਗੇ ਬਹੁਤ ਚੌੜੀ ਖੁੱਲੀ ਸੜਕ, ਜਿਸ ਉੱਤੇ 12 ਕਾਰਾਂ ਇੱਕੋ ਵੇਲੇ ਦੌੜ ਸਕਦੀਆਂ ਸਨ। ਇਸ ਤੋਂ ਅੱਗੇ ਖੂਬਸੂਰਤ ਝੀਲ। ਮੈਨੂੰ ਹਰ ਵੇਲੇ ਤੇਜ਼ ਕਾਰਾਂ ਦੇ ਛੂਕਣ ਦੀ ਆਵਾਜ਼ ਸੁਣਦੀ, ਜਿਵੇਂ ਜੰਗਲ ਵਿੱਚ ਤੇਜ਼ ਹਵਾ ਛਾਂ-ਛਾਂ ਕਰਦੀ ਜਾ ਰਹੀ ਹੋਵੇ। ਇੱਕ ਤਰ੍ਹਾਂ ਦੀ ਲੋਰੀ ਜਿਹੀ, ਜਿਵੇਂ ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਹੁੰਦਾ ਤੇ ਨੀਂਦ ਵਿੱਚ ਭਿੱਜਿਆ ਹੋਇਆ। ਮੈਂ ਇਕੱਲਾ ਬੈਠਾ ਖਿੜਕੀ ਵਿੱਚੋਂ ਝੀਲ ਨੂੰ ਤੱਕਦਾ, ਝਿੱਕੀਆਂ ਪਹਾੜੀਆਂ ਦੀਆਂ ਢਲਵਾਨਾਂ ਅਤੇ ਉੱਚੀ ਸਪੇਸ ਨੀਡਲ ਨੂੰ ਦੇਖਦਾ, ਜਿਸ ਉੱਤੇ ਇੱਕ ਗੋਲ ਰੈਸਟੋਰੈਂਟ ਕੀੜੀ ਦੀ ਚਾਲ ਘੁੰਮਦਾ। ਬਿਜਲੀ ਦੇ ਅਣਗਿਣਤ ਲਾਟੂ 20 ਮੀਲ ਦੀ ਵਾਦੀ ਵਿੱਚ ਟਿਮਕਦੇ। ਮੈਂ ਇਸ ਦ੍ਰਿਸ਼ ਨੂੰ ਤੱਕਦਾ ਹੋਇਆ ਇਕੱਲ ਮਹਿਸੂਸ ਨਾ ਕਰਦਾ। ਟੈਲੀਫੋਨ ਮੇਰਾ ਸਾਥੀ ਸੀ, ਮੇਰੀ ਲੰਮੀ ਬਾਂਹ। ਇਸ ਰਾਹੀਂ ਮੈਂ ਦੂਰ ਬੈਠੇ ਲੋਕਾਂ ਨੂੰ ਮਹਿਸੂਸ ਕਰ ਸਕਦਾ ਸਾਂ, ਉਹਨਾਂ ਨੂੰ ਛੂਹ ਸਕਦਾ ਸਾਂ ਤੇ ਉਹਨਾਂ ਦੀ ਆਵਾਜ਼ ਸੁਣ ਸਕਦਾ ਸਾਂ, ਤੇ ਜਿਸ ਨੂੰ ਚਾਹੁੰਦਾ ਉਸ ਨਾਲ ਗੱਲ ਕਰਦਾ ਸਕਦਾ। ਮੈਂ ਜੀਨੀ ਨੂੰ ਆਖਿਆ ਸੀ ਕਿ ਉਹ ਮੈਨੂੰ ਕਦੇ ਟੈਲੀਫੋਨ ਨਾ ਕਰੇ, ਨਾ ਹੀ ਉਹ ਬਿਨਾਂ ਦੱਸੇ ਕਦੇ ਆਵੇ। ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਮੇਰੇ ਅਤੇ ਉਸ ਦੇ ਰਿਸ਼ਤੇ ਬਾਰੇ ਪਤਾ ਚੱਲੇ। ਉਸਨੇ ਮੇਰੇ ਕਹਿਣ ਦਾ ਆਦਰ ਕੀਤਾ। ਉਹ ਆਪਣੇ ਅਪਾਰਟਮੈਂਟ ਵਿੱਚ ਬੈਠੀ ਸ਼ਾਮ ਨੂੰ ਅਕਸਰ ਮੇਰਾ ਇੰਤਜ਼ਾਰ ਕਰਦੀ। ਉਸ ਦਾ ਅਪਾਰਟਮੈਂਟ 1.5 ਕਮਰੇ ਦਾ ਸੀ। ਮੈਂ ਲੰਮਾ ਕਮਰਾ, ਜਿਸ ਵਿੱਚ ਉਸ ਦਾ ਬਿਸਤਰ, ਲਿਖਣ ਪੜ੍ਹਨ ਵਾਲੀ ਮੇਜ਼, 2 ਕੁਰਸੀਆਂ, ਸ਼ੈਲਫ ਤੇ ਇੱਕ ਹੋਰ ਨਿੱਕਾ ਮੋਟਾ ਸਮਾਨ, ਕਮਰੇ ਵਿੱਚ ਕਾਲੀਨ ਵਿਛਿਆ ਹੋਇਆ ਸੀ। ਇੱਕ ਨਿੱਕਾ ਜਿਹਾ ਕਿਚਨ ਸੀ, ਜਿਸ ਵਿੱਚ ਫਰਿੱਜ, ਬਿਜਲੀ ਦਾ ਚੁੱਲ੍ਹਾ ਅਤੇ ਲੋੜੀਂਦਾ ਸਮਾਨ ਸੀ। ਉਸ ਨੇ ਮੈਨੂੰ ਆਪਣੇ ਕਮਰੇ ਤੇ ਵੱਡੇ ਹਾਲ ਦੇ ਬੂਹੇ ਦੀ ਡਬਲ ਚਾਬੀ ਦੇ ਦਿੱਤੀ। ਕਈ ਵਾਰ ਮੈਂ ਪੜ੍ਹਨ ਚਿਰਕਾ ਰਾਤ ਨੂੰ ਜਾਂਦਾ ਤਾਂ ਉਹ ਬੈਠੀ ਸਵੈਟਰ ਬੁਣਦੀ ਹੋਈ ਕਿਤਾਬ ਪੜ੍ਹ ਰਹੀ ਹੁੰਦੀ। ਇੱਕ ਦਿਨ ਮੈਂ ਉਸ ਨੂੰ ਆਖਿਆ ਕਿ ਸ਼ਾਮ ਨੂੰ ਖਾਣੇ ਉੱਤੇ ਆਵਾਂਗਾ। ਅਚਾਨਕ ਮਾਰਸ਼ਾ ਮੈਨੂੰ ਮਿਲਣ ਆ ਗਈ ਤੇ ਅੱਧੀ ਰਾਤ ਤੱਕ ਰਹੀ। ਉਹ ਇੱਕ ਜੰਗਲੀ ਬਿੱਲੀ ਵਾਂਗ ਕਾਲੀਨ ਉੱਤੇ ਲੇਟੀ ਸਿਗਰਟ ਪੀ ਰਹੀ ਸੀ। ਮੇਰਾ ਟੇਬਲ ਲੈਂਪ ਲਾਲ ਰੋਸ਼ਨੀ ਸੁੱਟ ਰਿਹਾ ਸੀ। ਇਹ ਟੇਬਲ ਲੈਂਪ ਮੈਂ ਇੱਕ ਕਬਾੜੀ ਤੋਂ ਮੁੱਲ ਲਿਆ ਸੀ ਤੇ ਇਸ ਦੀ ਚਿਮਨੀ ਉੱਤੇ ਲਾਲ ਪੇਂਟ ਕਰ ਦਿੱਤਾ ਸੀ। ਟੈਲੀਫੋਨ ਦੀ ਘੰਟੀ ਕਈ ਵਾਰ ਵੱਜੀ, ਪਰ ਮੈਂ ਇਸ ਨੂੰ ਨਾ ਚੁੱਕਿਆ। ਇਸ ਦੀ ਘੰਟੀ ਤੋਂ ਮੈਂ ਅੰਦਾਜ਼ਾ ਲਾ ਲਿਆ ਕਿ ਇਹ ਜੀਨੀ ਹੀ ਸੀ। ਮੇਰੇ ਅੰਦਰ ਇੱਕ ਸੂਖਮ ਸ਼ਕਤੀ ਪੈਦਾ ਹੋ ਗਈ ਸੀ, ਇੱਕ ਯੋਗ ਸਾਧਨਾ, ਇੱਕ ਪ੍ਰਕਾਰ ਦੀ ਅਦੁੱਤੀ ਪਰਾਭੌਤਿਕਤਾ, ਭਾਂਪਣ ਸ਼ਕਤੀ, ਜੋ ਟੈਲੀਫੋਨ ਦੀ ਟਰਨ ਤੋਂ ਹੀ ਅਨੁਮਾਨ ਲਾ ਲੈਂਦੀ ਸੀ ਕਿ ਇਹ ਕਿਸ ਦਾ ਟੈਲੀਫੋਨ ਹੈ। ਟੈਲੀਫੋਨ ਦਾ ਯੰਤਰ ਇੱਕ ਨਿੱਕੇ ਜਿਹੇ ਕਤੂਰੇ ਵਾਂਗ ਭੌਂਕਦਾ ਤੇ ਮੈਂ ਸਮਝ ਜਾਂਦਾ ਕਿ ਕੌਣ ਮੈਨੂੰ ਬੁਲਾ ਰਿਹਾ ਹੈ। ਮੈਨੂੰ ਟੈਲੀਫੋਨ ਦੀ ਟਰਨ ਦੀ ਜਜ਼ਬਾਤੀ ਟੋਨ ਦੀ ਪਰਖ ਸੀ। ਇਹ ਟੋਨ ਹੁਕਮ ਦੇ ਰਹੀ ਹੈ, ਮਿੰਨਤਾਂ ਕਰ ਰਹੀ ਹੈ, ਘੂਰੀ ਵੱਟ ਰਹੀ ਹੈ, ਪਿਆਰ ਕਰ ਰਹੀ ਹੈ ਜਾਂ ਗੁੱਸੇ ਵਿੱਚ ਝਟਕ ਰਹੀ ਹੈ। ਮੇਰੀ ਇੱਕ ਦੋਸਤ ਜੂਡੀ ਮੈਨੂੰ 2000 ਮੀਲ ਦੇ ਫਾਸਲੇ ਤੋਂ ਲਗਾਤਾਰ ਫੋਨ ਕਰਦੀ ਤਾਂ ਮੈਂ ਫੌਰਨ ਹੀ ਟੈਲੀਫੋਨ ਦੀ ਮੁਲਾਇਮ ਮਖਮਲੀ ਟੋਨ ਨੂੰ ਪਛਾਣ ਲੈਂਦਾ। ਪਰ ਹੁਣ ਇਹ ਟੈਲੀਫੋਨ ਜੀਨੀ ਦਾ ਸੀ। ਬਾਰ-ਬਾਰ ਉਹੀ ਜਜ਼ਬਾ, ਉਹੀ ਤਰਲਾ, ਉਹੀ ਮਿੱਠੀ ਸਨਸਨੀ। ਇਹ ਜ਼ਰੂਰ ਜੀਨੀ ਸੀ, ਪਰ ਮੈਂ ਕਮਰੇ ਵਿੱਚ ਨਹੀਂ ਸਾਂ। ਅੱਧੀ ਰਾਤ ਯਕਦਮ ਮੈਨੂੰ ਚਿੰਤਾ ਹੋਈ ਤੇ ਮੈਂ ਆਪਣੇ ਗੁਨਾਹ ਦਾ ਅਹਿਸਾਸ। ਮੈਂ ਮਾਰਸ਼ਾ ਨੂੰ 14 ਮੀਲ ਦੂਰ ਖਾੜੀ ਦੇ ਪੁਲ ਤੋਂ ਪਾਰ ਛੱਡ ਕੇ ਤੇਜ਼ ਕਾਰ ਵਿੱਚ ਢਲਵਾਨਾਂ ਉੱਤੋਂ ਦੀ ਹਿੰਦਾ ਹੋਇਆ ਰਾਤ ਦੇ 1 ਵਜੇ ਜੀਨੀ ਦੇ ਅਪਾਰਟਮੈਂਟ ਪੁੱਜਾ। ਨਿੱਕੀ ਬਾਰਿਸ਼ ਹੋ ਰਹੀ ਸੀ ਤੇ ਠੰਡ ਸੀ। ਮੈਂ ਵੱਡੇ ਹਾਲ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਉਸ ਦੇ ਕਮਰੇ ਦਾ ਬੂਹਾ ਖੋਲ੍ਹਿਆ। ਦੇਖਿਆ ਉਹ ਬੈਠੀ ਮੇਰੇ ਲਈ ਜੁਰਾਬਾਂ ਬੁਣ ਰਹੀ ਸੀ। ਉਹ ਦੌੜ ਕੇ ਮੇਰੇ ਗਲ ਲੱਗ ਗਈ ਤੇ ਸਿਸਕੀਆਂ ਲੈਂਦੀ ਹੋਈ ਆਖਣ ਲੱਗੀ, ਮੇਰੇ ਪਿਆਰੇ, ਮੈਨੂੰ ਬਹੁਤ ਫਿਕਰ ਸੀ, ਸ਼ਾਇਦ ਕੋਈ ਐਕਸੀਡੈਂਟ। ਤੂੰ ਕਿੱਥੇ ਸੀ? ਤੂੰ ਟੈਲੀਫੋਨ ਵੀ ਨਾ ਕੀਤਾ। ਮੈਂ ਬੈਠੀ ਉਡੀਕਦੀ ਰਹੀ ਤੇ ਮੈਨੂੰ ਡਰ ਲੱਗਣ ਲੱਗਾ। ਉਹ ਫੁੱਟ ਰੋਣ ਲੱਗੀ। ਮੈਂ ਉਸ ਨੂੰ ਘੁੱਟ ਕੇ ਪਿਆਰ ਕੀਤਾ, ਚੁੰਮਿਆ ਤੇ ਦਿਲਾਸਾ ਦਿੱਤਾ। ਫਿਰ ਉਹ ਖੁਸ਼ੀ ਨਾਲ ਹੱਸਣ ਲੱਗੀ। ਉਸ ਨੇ ਮੇਰੇ ਲਈ ਸੂਪ ਤਿਆਰ ਕੀਤਾ ਸੀ। ਮੈਂ ਖਾਣਾ ਖਾਣ ਬੈਠ ਗਿਆ। ਇਹ ਉਸ ਸ਼ਾਮ ਦਾ ਮੇਰਾ ਤੀਜਾ ਖਾਣਾ ਸੀ। ਮੈਂ ਉਹਦੀ ਭਾਵਨਾ ਤੋਂ ਬਹੁਤ ਮੁਕਤਸਰ ਹੋਇਆ। ਉਸ ਰਾਤ ਮੈਂ ਉਸ ਨਾਲ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਮੈਂ ਜੀਨੀ ਦੀ ਸ਼ਕਲ ਨੂੰ ਸਹੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਉਸ ਦੀ ਸੁੰਦਰਤਾ ਵਿੱਚ ਕਿਸੇ ਦਗਦੀ ਹੋਈ ਵੇਗ ਭਰੀ ਸੁੰਦਰੀ ਦਾ ਨਸ਼ਾ ਨਹੀਂ ਸੀ, ਸਗੋਂ ਉਸ ਦਾ ਹੁਸਨ ਇਸ ਤਰ੍ਹਾਂ ਸੀ ਜਿਵੇਂ ਜਾਲੀਦਾਰ ਪਰਦੇ ਵਿੱਚੋਂ ਡੁੱਬਦੇ ਸੂਰਜ ਦੀ ਰੋਸ਼ਨੀ ਛਣ ਰਹੀ ਹੋਵੇ। ਲੰਮੀ ਹਸੀਨ ਨਕਸ਼ਾਂ ਵਾਲੀ ਜੀਨੀ ਦੀਆਂ ਨੀਲੀਆਂ ਅੱਖਾਂ ਵਿੱਚ ਚਮਕ ਸੀ ਤੇ ਉਸ ਦੀਆਂ ਭਾਵਾਂ ਤੇ ਜਿਮਣੀਆਂ ਕੱਕੀਆਂ ਰੇਸ਼ਮੀ ਸਨ। ਉਸ ਦੇ ਸੁਨਹਿਰੇ ਲੰਮੇ ਵਾਲ
ਆਬਸ਼ਾਰ ਵਾਂਗ ਡਿੱਗਦੇ ਸਨ। ਉਹ ਰਾਤ ਨੂੰ ਸੌਣ ਤੋਂ ਪਹਿਲਾਂ 100 ਵਾਰ ਵਾਲਾਂ ਨੂੰ ਬੁਰਸ਼ ਨਾਲ ਵਾਹੁੰਦੀ, ਜਿਸ ਕਰਕੇ ਵਾਲਾਂ ਵਿੱਚ ਇੱਕ ਸੁਨਹਿਰੀ ਪਾ ਮਾਰਦੀ ਸੀ। ਉਸ ਦਾ ਚਿਹਰਾ ਨਰਮ ਸੀ ਤੇ ਇਸ ਵਿੱਚ ਇੱਕ ਅੱਲੜ ਕੰਬਣੀ ਸੀ। ਬਦਲੋਟੀ ਨੂੰ ਜਿਵੇਂ ਕੁਝ ਕਿਰਨਾਂ ਛੂਹ ਗਈਆਂ ਹੋਣ। ਉਸ ਦੀ ਮੁਸਕਰਾਹਟ ਜਿਵੇਂ ਧੁੱਪ ਵਿੱਚ ਦੁੱਧ ਡੁੱਲਿਆ ਹੋਵੇ। ਉਹ ਨਾ ਸਿਗਰਟ ਪੀਂਦੀ ਸੀ ਨਾ ਸ਼ਰਾਬ। ਉਸਨੇ ਕਦੇ ਨਸ਼ੇ ਵਾਲੀ ਚੀਜ਼ ਦਾ ਨਾਂ ਵੀ ਨਹੀਂ ਸੁਣਿਆ। ਗਾਂਜਾ, ਸੁਲਫਾ ਜਾਂ ਚਰਸ ਜਿਹੇ ਸ਼ਬਦਾਂ ਦਾ ਉਸਨੂੰ ਪਤਾ ਹੀ ਨਹੀਂ ਸੀ। ਉਸ ਦੀ ਫੈਮਿਲੀ ਵਿੱਚ ਮੁੱਢਲੇ ਅੰਗਰੇਜ਼ ਵਸਨੀਕਾਂ ਦੀ ਕੱਟੜਤਾ ਦੀ ਲਕੀਰ ਸੀ। ਮੈਂ ਆਪਣੀਆਂ ਦੋਸਤ ਕੁੜੀਆਂ ਬਾਰੇ ਦੱਸ ਦਿੱਤਾ ਤੇ ਆਖਿਆ ਕਿ ਉਹ 3 ਮਹੀਨੇ ਉਡੀਕੇ ਤਾਂ ਜੋ ਮੈਂ ਇਹ ਸਾਰੀਆਂ ਤੋਂ ਮੁਕਤ ਹੋ ਸਕਾਂ। ਮੈਂ ਇਹਨਾਂ ਬਾਰੇ ਆਸ਼ਕੀ ਸੌਦਿਆਂ ਨੂੰ ਕੱਟਣਾ ਚਾਹੁੰਦਾ ਸਾਂ ਤਾਂ ਜੋ ਪੁਰਾਣੇ ਲੈਣ ਦੇਣ ਮੁਕਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਾਂ। ਹੌਲੀ ਹੌਲੀ ਮੈਂ ਸਭ ਕੁੜੀਆਂ ਤੋਂ ਆਪਣਾ ਨਾਤਾ ਤੋੜ ਲਿਆ। ਮਾਰਸ਼ਾ ਨੂੰ ਸਖਤ ਸਦਮਾ ਪਹੁੰਚਿਆ। ਉਸਨੇ ਖੁਦਕੁਸ਼ੀ ਕਰਨੀ ਚਾਹੀ। ਉਸਦੇ ਮਾਤਾ ਪਿਤਾ ਉਸ ਨੂੰ ਕੁਝ ਦਿਨਾਂ ਵਾਸਤੇ ਇੱਕ ਟਾਪੂ 'ਤੇ ਲੈ ਗਏ ਤਾਂ ਕਿ ਉਸ ਦਾ ਦਿਲ ਬਹਿਲ ਸਕੇ। ਮੈਨੂੰ ਉਸਨੇ ਉੱਥੋਂ ਟੈਲੀਫੋਨ ਕੀਤੇ ਤੇ ਰੋ ਰੋ ਕੇ ਮੇਰੇ ਹਾੜੇ ਕੱਢੇ। ਪਤਾ ਨਹੀਂ ਮੈਂ ਕਿਉਂ ਇੰਨਾ ਸਖਤ ਦਿਲ ਹੋ ਗਿਆ। ਮੈਂ ਇਹੋ ਆਖਿਆ ਕਿ ਉਹ ਮੇਥੋਂ ਕੋਈ ਆਸ ਨਾ ਰੱਖੇ। ਉਸੇ ਰਾਤ ਮਾਰਸ਼ਾ ਆਪਣੀ ਝੁੱਗੀ ਵਿੱਚੋਂ ਨਿਕਲੀ ਤੇ ਸਮੁੰਦਰ ਦੇ ਕੰਢੇ ਤੁਰਦੀ ਗਈ, ਜਿੱਥੇ ਕਾਲੀਆਂ ਲਹਿਰਾਂ ਉਛਲ ਉਛਲ ਕੇ ਅੱਗੇ ਵਧ ਰਹੀਆਂ ਸਨ। ਅੱਧੇ ਘੰਟੇ ਪਿੱਛੋਂ ਮੈਨੂੰ ਫਿਰ ਟੈਲੀਫੋਨ ਆਇਆ ਉਸ ਦੀ ਮਾਂ ਦਾ। ਉਹ ਮੈਨੂੰ ਗਾਲਾਂ ਕੱਢਦੀ ਹੋਈ ਨੇ ਧਮਕੀ ਦਿੱਤੀ ਕਿ ਜੇ ਉਸ ਦੀ ਕੁੜੀ ਨੂੰ ਕੁਝ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਮੈਂ ਹੋਵਾਂਗਾ। ਮਾਰਸ਼ਾ ਵਾਪਸ ਨਾ ਆਈ। ਉਸ ਦਾ ਬਾਪ 2 ਪਹਿਰੇਦਾਰਾਂ ਨੂੰ ਲੈ ਕੇ ਉਸ ਦੀ ਤਲਾਸ਼ ਵਿੱਚ ਨਿਕਲਿਆ। ਉਹਨਾਂ ਦੇ ਹੱਥਾਂ ਵਿੱਚ ਦੂਰ ਤੀਕ ਮਾਰਨ ਵਾਲੀਆਂ ਟਾਰਚਾਂ ਸਨ। ਉਹਨਾਂ ਨੇ ਦੇਖਿਆ ਮਾਰਸ਼ਾ ਗੋਡਿਆਂ ਤੀਕ ਪਾਣੀ ਵਿੱਚ ਤੁਰੀ ਜਾ ਰਹੀ ਸੀ ਤੇ ਉਹਨਾਂ ਨੇ ਉਸ ਨੂੰ ਬਚਾ ਲਿਆ। ਜੀਨੀ ਨਾਲ ਮੇਰੀ ਸ਼ਾਦੀ ਹੋਈ। ਇਸ ਦੀ ਰਸਮ ਗ੍ਰੀਨ ਲੇਕ ਦੇ ਕੰਢੇ ਇੱਕ ਮੈਜਿਸਟ੍ਰੇਟ ਦੀ ਕੋਠੀ ਵਿੱਚ ਹੋਈ। ਉਸਨੇ ਤਿੱਲੀ ਵਾਲੀ ਬਨਾਰਸੀ ਸਾੜੀ ਪਹਿਨੀ ਹੋਈ ਸੀ, ਅੱਖਾਂ ਵਿੱਚ ਕੱਜਲ, ਮੱਥੇ ਉੱਤੇ ਲਾਲ ਬਿੰਦੀ ਅਤੇ ਭਵਾਂ ਉੱਤੇ ਦੋਹੀਂ ਪਾਸੇ ਚੰਦਨ ਦੀਆਂ ਟਿਮਕਣੀਆਂ। ਮੈਂ ਉਸਦੇ ਮਾਤਾ ਪਿਤਾ ਨੂੰ ਪਹਿਲੀ ਵਾਰ ਮਿਲਿਆ। ਸ਼ਾਦੀ ਦੀ ਰਸਮ ਉੱਤੇ ਥੀਏਟਰ ਦੇ 9 ਕਲਾਕਾਰ ਮੁੰਡੇ ਕੁੜੀਆਂ ਸਨ। ਮੈਜਿਸਟ੍ਰੇਟ ਨੇ ਸ਼ਾਦੀ ਦੀ ਕਸਮ ਖਵਾਉਂਦੇ ਹੋਏ ਮੈਨੂੰ ਆਖਿਆ ਕਿ ਅਸੀਂ ਉਸ ਦੇ ਸ਼ਬਦਾਂ ਨੂੰ ਦੁਹਰਾਈਏ। ਅਸੀਂ ਦੋਹਾਂ ਨੇ ਗੰਭੀਰ ਸ਼ਬਦ ਦੁਹਰਾਏ। ਅਸੀਂ ਇਕੱਠੇ ਰਹਿਣ ਦਾ ਪ੍ਰਣ ਕਰਦੇ ਹਾਂ। ਸਿਰਫ ਮੌਤ ਹੀ ਸਾਨੂੰ ਜੁਦਾ ਕਰ ਸਕਦੀ ਹੈ। ਮੈਂ ਜੇਬ ਵਿੱਚੋਂ ਸੋਨੇ ਦੀ ਮੁੰਦਰੀ ਕੱਢੀ ਤੇ ਉਸਦੇ ਖੱਬੇ ਹੱਥ ਦੀ ਦੂਜੀ ਉਂਗਲੀ ਵਿੱਚ ਪਾ ਦਿੱਤੀ। ਉਸਨੇ ਆਪਣਾ ਚਿਹਰਾ ਮੇਰੇ ਨੇੜੇ ਕੀਤਾ ਤਾਂ ਕਿ ਮੈਂ ਸ਼ਾਦੀ ਦੀ ਸ਼ਗਨਾਂ ਭਰੀ ਚੁੰਮਣ ਉਸਨੂੰ ਦੇਵਾਂ। ਮੈਨੂੰ ਇਸ ਰਸਮ ਦਾ ਨਹੀਂ ਸੀ ਪਤਾ। ਉਸ ਦੀਆਂ ਸਹੇਲੀਆਂ ਨੇ ਪੋਲੇ ਜਿਹੇ ਆਖਿਆ, ਹੁਣ ਚੁੰਮ, ਤੇ ਮੈਂ ਉਸਦੇ ਹੋਠਾਂ ਨੂੰ ਚੁੰਮਣ ਦਿੱਤਾ। ਸ਼ਾਦੀ ਦੀ ਮੋਹਰ। ਜਿੰਨੀ ਸੁਘੜ ਸੀ ਤੇ ਕਿਫਾਇਤ ਕਰਨ ਵਾਲੀ। ਉਹ ਮਹਿੰਗੇ ਕੱਪੜੇ ਖਰੀਦਣ ਜਾਂ ਮਹਿੰਗੇ ਰੈਸਤਰਾਂ ਵਿੱਚ ਖਾਣਾ ਖਾਣ ਤੋਂ ਸੰਕੋਚ ਕਰਦੀ। ਉਸਨੇ ਆਪਣੇ ਖਾਣਿਆਂ ਦੇ ਨਾਂ ਨੋਟ ਕਰ ਲਏ ਤੇ ਉਹਨਾਂ ਨੂੰ ਬਣਾਉਣ ਦੀ ਜਾਂਚ ਸਿੱਖਣ ਲੱਗੀ ਜੋ ਮੈਨੂੰ ਪਸੰਦ ਸੀ। ਚੀਨੀ ਖਾਣਿਆਂ ਵਿੱਚੋਂ ਮੈਨੂੰ ਖੱਟੇ ਮਿੱਠੇ ਕੇਕੜੇ ਬਹੁਤ ਪਸੰਦ ਸਨ। ਉਸਨੇ ਇਹ ਵੀ ਨੋਟ ਕਰ ਲਿਆ ਮੈਂ 2 ਸਾਲ ਵਿੱਚ ਸਿਰਫ $300 ਬਚਾ ਸਕਿਆ ਸੀ। ਹੁਣ ਜੀਨੀ ਵੀ ਮਿਹਨਤ ਕਰਨ ਲੱਗੀ। ਉਸਨੇ ਇੱਕ ਹਸਪਤਾਲ ਵਿੱਚ ਮੁਰਦਿਆਂ ਦੀਆਂ ਲਿਸਟਾਂ ਤਿਆਰ ਕਰਨ ਦਾ ਕੰਮ ਲੈ ਲਿਆ ਕਿਉਂਕਿ ਇਸ ਨਾਖੁਸ਼ਗਵਾਰ ਕੰਮ ਦਾ ਰੇਟ ਚੋਖਾ ਸੀ। ਅਮਰੀਕਾ ਵਿੱਚ ਜੇ ਤੁਸੀਂ ਕਿਸੇ ਥੀਏਟਰ ਵਿੱਚ ਟਾਈਪਿੰਗ ਦਾ ਕੰਮ ਕਰੋ ਤਾਂ ਮਿਹਨਤਾਨਾ $2 ਫੀ ਘੰਟਾ। ਜੇ ਕਿਸੇ ਵਪਾਰ ਬੈਂਕ ਵਿੱਚ ਟਾਈਪ ਕਰੋ ਤਾਂ $3 ਫੀ ਘੰਟਾ ਤੇ ਮੁਰਦਿਆਂ ਦੀਆਂ ਲਿਸਟਾਂ ਟਾਈਪ ਕਰਨ ਦਾ $4 ਫੀ ਘੰਟਾ ਸੀ। ਅਸੀਂ 6 ਮਹੀਨਿਆਂ ਵਿੱਚ ਹੀ $8,000 ਬਚਾ ਲਿਆ। ਜਿੰਨੀ ਵੱਡੇ ਮਾਮਲੇ ਤੇ ਵੱਡੇ ਫੈਸਲੇ ਮੇਰੇ ਉੱਤੇ ਛੱਡ ਦਿੰਦੀ, ਪਰ ਨਿੱਕੀਆਂ ਗੱਲਾਂ ਵਿੱਚ ਸਾਡੇ ਸੁਭਾਅ ਕਈ ਵਾਰ ਟਕਰਾ ਜਾਂਦੇ ਤੇ ਨਿੱਕਾ ਮਤਭੇਦ ਹੋ ਜਾਂਦਾ। ਸ਼ਾਦੀ ਦੀ ਅੰਗੂਠੀ ਖਰੀਦਣ ਲੱਗਿਆ ਮੈਂ ਇਸ ਗੱਲ ਉੱਤੇ ਜ਼ੋਰ ਦਿੰਦਾ ਸਾਂ ਕਿ ਉਹ ਵੱਡੇ ਨਗ ਵਾਲੀ ਅੰਗੂਠੀ ਲਵੇ, ਵੱਡਾ ਨਗੀਨਾ ਜਾਂ ਜਮੂਰਦ। ਪਰ ਉਸਨੇ ਇੱਕ ਨਿੱਕਾ ਜਿਹਾ ਪੁਖਰਾਜ ਚੁਣਿਆ। ਉਸਨੇ ਸੋਨੇ ਦੀਆਂ ਬਰੀਕ ਵਾਲੀਆਂ ਪਸੰਦ ਸਨ, ਜਾਲੀਦਾਰ ਪਰਦੇ, ਕਰੋਸ਼ੀਏ ਦਾ ਕੰਮ ਤੇ ਬਰੀਕ ਕਢਾਈ। ਉਸਨੂੰ ਭੜਕੀਲੀ ਨੁਮਾਇਸ਼ ਪਸੰਦ ਨਹੀਂ ਸੀ। ਇੱਕ ਵਾਰ ਅਸੀਂ 3rd ਐਵੀਨਿਊ ਬੋ ਮਾਰਸ਼ ਦੇ ਵੱਡੇ ਸਟੋਰ 'ਤੇ ਪੁੱਲ ਓਵਰ ਖਰੀਦਣ ਗਏ। ਵੱਡੀ ਕਲੀਅਰੈਂਸ ਸੇਲ ਲੱਗੀ ਹੋਈ ਸੀ। ਮੇਜ਼ ਉੱਤੇ ਸਵੈਟਰਾਂ, ਪੁੱਲ ਓਵਰਾਂ ਤੇ ਕਾਰਡੀਗਨਾਂ ਦੇ ਢੇਰ ਲੱਗੇ ਹੋਏ ਸਨ। ਤੀਵੀਆਂ ਇਹਨਾਂ ਉੱਨੀ ਰੂੜੀਆਂ ਨੂੰ ਫਲੋਰ ਰਹੀਆਂ ਸਨ। ਉਹ ਚੁੱਕ ਕੇ ਸਵੈਟਰਾਂ ਨੂੰ ਟਰਾਈ ਕਰ ਰਹੀਆਂ ਸਨ, ਸੁੱਟ ਰਹੀਆਂ ਸਨ, ਖਿੱਚ ਰਹੀਆਂ ਸਨ ਤੇ ਮਾਲ ਨੂੰ ਉਥਲ ਪੁਥਲ ਕਰ ਰਹੀਆਂ ਸਨ।
ਜਿਨੀ ਆਪਣੇ ਲਈ ਕਿਸੇ ਨਰਮ ਰੰਗ ਦਾ ਪੁੱਲ ਓਵਰ ਚੁਣ ਰਹੀ ਸੀ। ਬਦਾਮੀ, ਭੂਰਾ, ਹਲਕਾ ਸਲੇਟੀ ਜਾਂ ਹਵਾ ਪਿਆਜੀ। ਮੈਂ ਇੱਕ ਸਵੈਟਰ ਦੀ ਲੰਮੀ ਚਿੱਤ-ਕਬਰੀ ਬਾਂਹ ਦੇਖੀ ਤੇ ਇਸ ਨੂੰ ਖਿੱਚ ਲਿਆ। ਇਹ ਦੋਹਰੀ ਬੁਣਤੀ ਦੇ ਹੱਥ ਦਾ ਬੁਣਿਆ ਫਲੀਆਂ ਬਾਹਾਂ ਵਾਲਾ ਵੱਡਾ ਸਵੀਡਿਸ਼ ਪੁੱਲ ਓਵਰ ਸੀ। ਇਸ ਪੁੱਲ ਓਵਰ ਦੀ ਚਿੱਟੀ ਉੱਨ ਦੇ ਪਿੰਡੇ ਉੱਤੇ ਮੋਟੀਆਂ ਕਾਲੀਆਂ ਧਾਰੀਆਂ ਸਨ ਜੋ ਗਰਦਨ ਤੋਂ ਹੇਠਾਂ ਤੀਕ ਜਾਂਦੀਆਂ ਸਨ। ਮੇਰੇ ਜਿੱਦ ਕਰਨ ਉੱਤੇ ਉਸ ਨੇ ਇਹ ਪੁੱਲ ਓਵਰ ਟਰਾਈ ਕੀਤਾ। ਭਾਰੀ ਖੁੱਲ੍ਹੀ ਦੋਹਰੀ ਬੁਣਤੀ ਵਾਲੇ ਪੁੱਲ ਓਵਰ ਨੇ ਜੀਨੀ ਦੇ ਸ਼ਮਕ ਜਿਹੇ ਜਿਸਮ ਉੱਤੇ ਇੱਕ ਸ਼ਹਿਜ਼ਾਦੀ ਦਾ ਹੁਸਨ ਉਜਾਗਰ ਕਰ ਦਿੱਤਾ। ਮੈਂ ਮਾਡਰਨ ਸਟਾਈਲ, ਇੱਕ ਲਾਪਰਵਾਹ ਅਮੀਰੀ ਉਸ ਨੇ ਸ਼ੀਸ਼ੇ ਵਿੱਚ ਦੇਖੀ। ਕਾਲੀਆਂ ਊਨੀ ਧਾਰੀਆਂ ਉਸਦੇ ਜਿਸਮ ਉੱਤੇ ਫਾਬ ਰਹੀਆਂ ਸਨ, ਪਰ ਉਹ ਬੋਲੀ, ਮੈਂ ਬਿਲਕੁਲ ਜ਼ੈਬਰੇ ਵਾਂਗ ਲੱਗਦੀ ਹਾਂ, ਮੈਨੂੰ ਨਹੀਂ ਪਸੰਦ ਇਹ ਜ਼ੈਬਰਾ। ਮੈਂ ਕਾਊਂਟਰ ਉੱਤੇ ਗਿਆ ਤੇ ਸੇਲਜ਼ ਗਰਲ ਤੋਂ ਇਸ ਦੀ ਕੀਮਤ ਪੁੱਛੀ, ਕਿਉਂਕਿ ਇਸ ਦੀ ਕੀਮਤ ਚਿੱਟ ਲਿੱਥੀ ਹੋਈ ਸੀ। ਉਹ ਬੋਲੀ, ਅਸਲੀ ਕੀਮਤ $32, ਦੜਾ ਕੀਮਤ $9। ਮੈਂ ਆਖਿਆ, ਠੀਕ ਹੈ, ਮੈਂ ਖਰੀਦਾਂਗਾ। ਉਹ ਬੋਲੀ, ਤੁਹਾਡੀ ਅੱਖ ਬਹੁਤ ਪਾਰਖੀ ਹੈ। ਇਹ ਪੁੱਲ ਓਵਰ ਤੁਹਾਡੀ ਸੁਨਹਿਰੀ ਵਾਲਾਂ ਵਾਲੀ ਕੁੜੀ ਉੱਤੇ ਖੂਬ ਫੱਬਦਾ ਹੈ। ਉਸ ਦੀ ਇਹ ਗੱਲ ਸ਼ਾਇਦ ਮਾਲ ਵੇਚਣ ਦੀ ਚਾਲ ਹੋਵੇ, ਪਰ ਮੈਂ ਉਸ ਦੇ ਸ਼ਬਦਾਂ ਨੂੰ ਸੱਚ ਕਰਕੇ ਜਾਣਿਆ। ਮੈਂ ਉਸ ਜੋਬਰਾ ਪੁੱਲ ਓਵਰ ਨੂੰ ਖਰੀਦ ਲਿਆ ਤੇ ਨਾਲ ਹੀ 2 ਹਲਕੇ ਰੰਗਾਂ ਦੇ ਸਵੈਟਰ। ਜਦੋਂ ਮੈਂ ਜੀਨੀ ਵੱਲ ਮੁੜਿਆ ਤਾਂ ਦੇਖਿਆ 2 ਔਰਤਾਂ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕ ਰਹੀਆਂ ਸਨ, ਚਾਹੁੰਦੀਆਂ ਸਨ ਕਿ ਉਸ ਦੇ ਪਾਏ ਹੋਏ ਪੁੱਲ ਓਵਰ ਨੂੰ ਖਰੀਦ ਲੈਣ। ਜੀਨੀ ਨੂੰ ਹੁਣ ਪੁੱਲ ਓਵਰ ਪਸੰਦ ਆ ਗਿਆ ਸੀ। ਇਸ ਦੀ ਕੀਮਤ ਸੁਣ ਕੇ ਉਹ ਖੁਸ਼ੀ ਨਾਲ ਚੀਕ ਉੱਠੀ, ਇੰਨਾ ਸਸਤਾ। ਜੀਨੀ ਹਮੇਸ਼ਾ ਭਾਰਤ ਦੇ ਸੁਪਨੇ ਲੈਂਦੀ। ਬਚਪਨ ਵਿੱਚ ਹੀ ਉਸ ਨੂੰ ਚਿੱਟੀ ਚਮੜੀ ਤੋਂ ਚਿੜ ਸੀ। ਗਾਚਣੀ ਵਰਗੀ ਪੀਲੀ ਚਮੜੀ ਤੋਂ ਉਸ ਨੂੰ ਪੂਰੀ ਚਮੜੀ ਤੇ ਤਾਂਬੇ ਰੰਗੇ ਚਿਹਰੇ ਪਸੰਦ ਸਨ। ਸਭ ਤੋਂ ਵੱਧ ਪਸੰਦ ਸੀ ਕਣਕ ਪੀਨਾ ਰੰਗ, ਜੋ ਉਸ ਨੇ ਭਾਰਤ ਦੇ ਕਲਾ ਸੰਬੰਧੀ ਰਸਾਲਿਆਂ ਵਿੱਚ ਦੇਖਿਆ ਸੀ। ਉਸ ਦੇ ਅਪਾਰਟਮੈਂਟ ਵਿੱਚ ਤਸਵੀਰਾਂ ਸਨ, ਅਜੰਤਾ ਤੇ ਅਲੋਰਾ ਦੀਆਂ ਭਰਵੀਆਂ ਛਾਤੀਆਂ ਤੇ ਕੱਜਲ ਭਿੰਨੀਆਂ ਅੱਖਾਂ ਵਾਲੀਆਂ ਸੁੰਦਰੀਆਂ ਦੀਆਂ, ਤਾਜ ਮਹਿਲ ਦੀਆਂ, ਕੁਤਬ ਮੀਨਾਰ ਦੀਆਂ। ਉਸ ਦੀ ਐਲਬਮ ਭਾਰਤੀ ਕਲਾਕਾਰਾਂ ਤੇ ਨਰਤਕੀਆਂ ਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਸਨ। ਮੈਂ ਉਸ ਨੂੰ ਆਖਿਆ ਕਿ ਇਹ ਮੇਰੀ ਅਮੀਰੀ ਦਾ ਇਸ ਗੱਲ ਤੋਂ ਅੰਦਾਜ਼ਾ ਨਾ ਲਾਵੇ ਕਿ ਮੈਂ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾਉਣ ਦਾ ਪ੍ਰੋਫੈਸਰ ਹਾਂ। ਆਪਣੇ ਦੇਸ਼ ਵਿੱਚ ਮੈਂ ਸਿਰਫ ਪੰਜਾਬੀ ਦਾ ਲੇਖਕ ਸਾਂ। ਹਮੇਸ਼ਾ ਰੁਪਈਏ ਦੀ ਤੋਟ। ਉਸ ਨੂੰ ਖੁਦ ਰੋਟੀ ਪਕਾਉਣੀ ਪਵੇਗੀ ਤੇ ਕੰਮ ਕਰਨਾ ਪਵੇਗਾ ਤੇ ਜ਼ਿੰਦਗੀ ਬੜੀ ਔਖੀ ਹੋਵੇਗੀ। ਉਸ ਨੇ ਆਖਿਆ ਕਿ ਉਸ ਨੂੰ ਅਮਰੀਕਾ ਦੀ ਤੇਜ਼ ਭੱਜ ਦੌੜ ਪਸੰਦ ਨਹੀਂ, ਕਾਰੋਬਾਰੀ ਜ਼ਿੰਦਗੀ, ਕਤਲ, ਝਗੜੇ, ਖੁਦਗਰਜੀ, ਬਿਲਕੁਲ ਵਹਿਸ਼ੀ ਤੇ ਬੇਕਿਰਕ ਸਮਾਜ। ਉਹ ਇੱਥੇ ਨਹੀਂ ਰਹੇਗੀ। ਮੇਰੇ ਨਾਲ ਜੇ ਉਹ ਰੇਗਿਸਤਾਨ ਵਿੱਚ ਚਲੇ ਜਾਵੇ ਤਾਂ ਜ਼ਿੰਦਗੀ ਖੂਬਸੂਰਤ ਹੋਵੇਗੀ। ਉਸ ਦੇ ਆਦਰਸ਼ਵਾਦੀ ਖਿਆਲਾਂ ਤੋਂ ਮੈਂ ਕੰਬ ਗਿਆ। ਮੈਂ ਉਸ ਨੂੰ ਸਮਝਾਉਣ ਖਾਤਰ ਆਪਣੇ ਮੁਲਕ ਦੀ ਬਦਹਾਲੀ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ। ਆਖਿਆ, ਭਾਰਤ ਵਿੱਚ ਭੁੱਖ ਹੈ, ਗਰੀਬੀ, ਕਰਪਸ਼ਨ ਤੇ ਅੰਤਾਂ ਦੀ ਗਰਮੀ। ਪਰ ਇਹਨਾਂ ਗੱਲਾਂ ਨੇ ਉਸ ਦੇ ਇਰਾਦਿਆਂ ਨੂੰ ਹੋਰ ਵੀ ਦ੍ਰਿੜ ਕਰ ਦਿੱਤਾ। ਉਹ ਬੋਲੀ, ਮੈਂ ਤੇਰੇ ਨਾਲ ਵਿਆਹ ਕੀਤਾ ਹੈ। ਮੈਂ ਸ਼ਾਦੀ ਦੀ ਰਸਮ ਨੂੰ ਪਵਿੱਤਰ ਸਮਝਦੀ ਹਾਂ। ਮੈਂ ਸਦਾ ਤੇਰੇ ਨਾਲ ਦੁੱਖ ਸੁੱਖ ਵਿੱਚ ਇਕੱਠੇ ਰਹਿਣ ਦੀ ਕਸਮ ਖਾਧੀ ਹੈ। ਮੈਂ ਹੁਣ ਤੇਰੇ ਨਾਲ ਹਾਂ। ਮੈਂ ਅਮਰੀਕਨ ਸਿਟੀਜ਼ਨ ਛੱਡ ਕੇ ਤੇਰੇ ਦੇਸ਼ ਦੀ ਵਾਸੀ ਬਣ ਜਾਵਾਂਗੀ। ਪਿਛਲੇ ਜਨਮ ਵਿੱਚ ਮੈਂ ਜ਼ਰੂਰ ਹਿੰਦੂ ਹੋਵਾਂਗੀ। ਮੈਂ ਅਹਿੰਸਾ ਨੂੰ ਤੇ ਗਾਂਧੀ ਤੇ ਮਹਾਤਮਾ ਬੁੱਧ ਨੂੰ ਮੰਨਦੀ ਹਾਂ। ਮੈਂ ਤੇਰੇ ਮੁਲਕ ਦੀ ਹੀ ਹਾਂ। ਮੈਂ ਉਸ ਦੇ ਸ਼ਰਧਾ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਉਸ ਨੂੰ ਸੀਨੇ ਨਾਲ ਲਾ ਲਿਆ। ਆਖਿਆ, ਪਿਆਰੀ, ਤੂੰ ਸਭ ਕੁਝ ਮੇਰੀ ਖਾਤਰ ਛੱਡ ਰਹੀ ਹੈ, ਆਪਣੇ ਲੋਕ ਤੇ ਆਪਣੇ ਘਰ ਤੇ ਆਪਣੇ ਦੇਸ਼ ਨੂੰ। ਪਰ ਮੈਂ ਨਹੀਂ ਚਾਹੁੰਦਾ ਕਿ ਤੂੰ ਆਪਣੀ ਆਤਮਾ ਵੀ ਮੇਰੇ ਸਪੁਰਦ ਕਰ ਦੇਵੇਂ। ਹੁਣ ਤੂੰ ਭਾਵੇਂ ਪਿਆਰ ਵਿੱਚ ਆਖ ਰਹੀ ਹੈ, ਪਰ ਕੀ ਅਮਰੀਕਨ ਸਿਟੀਜ਼ਨਸ਼ਿਪ ਛੱਡ ਦੇਵੇਂਗੀ? ਪਰ ਇਸ ਨੂੰ ਛੱਡਣ ਨਾਲ ਯਕਦਮ ਤੇਰੇ ਅੰਦਰ ਇੱਕ ਖਲਾਅ ਪੈਦਾ ਹੋ ਜਾਵੇਗਾ ਤੇ ਤੂੰ ਸ਼ਾਇਦ ਪਛਤਾਵੇਂ। ਫਿਰ ਤੂੰ ਜਦੋਂ ਅਮਰੀਕਾ ਦੇ ਕੌਮੀ ਝੰਡੇ ਨੂੰ ਦੇਖੇਂਗੀ, ਤਾਰਿਆਂ ਤੇ ਧਾਰੀਆਂ ਵਾਲੇ ਝੰਡੇ ਨੂੰ, ਤਾਂ ਸ਼ਾਇਦ ਯਕਦਮ ਤੇਰੇ ਦਿਲ ਨੂੰ ਕੁਝ ਹੋਵੇ ਤੇ ਤੂੰ ਰੋ ਉੱਠੇ। ਤੈਨੂੰ ਚਾਹੀਦਾ ਹੈ ਕਿ ਤੂੰ ਆਪਣੀ ਅਮਰੀਕਨ ਸਿਟੀਜ਼ਨਸ਼ਿਪ ਕਾਇਮ ਰੱਖੇ। ਮੈਂ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਆਜ਼ਾਦ ਰਹੇ। ਤੂੰ ਬਹੁਤ ਰਹਿਮ ਦਿਲ ਤੇ ਭੋਲੀ ਕੁੜੀ ਹੈ। ਤੈਨੂੰ ਇਸ ਗੱਲ ਦੀ ਲੋੜ ਹੈ ਕਿ ਕੋਈ ਤੇਰੀ ਦੇਖਭਾਲ ਕਰੇ। ਉਸ ਨੇ ਮੇਰਾ ਹੱਥ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਤੂੰ ਬਹੁਤ ਸਮਝਦਾਰ ਹੈ। ਤੂੰ ਗੱਲਾਂ ਨੂੰ ਸਮਝਦਾ ਹੈ। ਮੈਂ ਨਹੀਂ ਸਮਝਦੀ। ਮੈਂ ਤੇਰੀ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਘਰ ਦਾ ਸਾਰਾ ਸਮਾਨ ਸਮੁੰਦਰੀ ਜਹਾਜ਼ ਰਾਹੀਂ ਭੇਜ ਦਿੱਤਾ। ਇਹਨਾਂ ਵਿੱਚ ਮਲੱਠੀ ਰੰਗਾਂ ਇੱਕ ਵੱਡਾ ਫਰਿੱਜ ਵੀ ਸੀ। ਇਹ ਮਹਾਂ ਫਰਿੱਜ ਨੂੰ ਪੈਕ ਕਰਨ, ਵੱਡੇ ਖੋਖੇ ਵਿੱਚ ਜਕੜਨ, ਬੰਨਣ, ਨੂੜਨ
ਇਸ ਨੂੰ ਚੁੱਕਣ ਧਰਨ ਤੇ ਲਿਜਾਣ ਵਿੱਚ ਇਸ ਦੀ ਇੰਸ਼ੋਰੈਂਸ, ਇਸ ਦਾ ਕਿਰਾਇਆ ਅਤੇ ਏਜੰਟ ਦੀ ਕਮਿਸ਼ਨ, ਇੰਪੋਰਟ ਡਿਊਟੀ ਤੇ ਹੋਰ ਖਰਚਿਆਂ ਨੇ ਮੈਨੂੰ ਕੰਗਾਲ ਕਰ ਦਿੱਤਾ। ਬੰਬਈ ਪਹੁੰਚਣ ਤੇ ਕਸਟਮ ਵਾਲਿਆਂ ਨੇ ਇਸ ਵੱਡੇ ਦਿਓ ਕੱਦ ਫਰਿੱਜ ਦੇ ਖੋਖੇ ਨੂੰ ਤੋੜਿਆ ਤੇ ਇਸ ਦੇ ਦਿਲ ਤੇ ਫੇਫੜਿਆਂ ਨੂੰ ਟੋਹ ਕੇ ਇਸ ਦਾ ਪੂਰਾ ਮੁਆਇਨਾ ਕੀਤਾ। ਇਸ ਨੂੰ ਫਿਰ ਵੱਡੇ ਖੋਖੇ ਵਿੱਚ ਦੁਬਾਰਾ ਬੰਦ ਕੀਤਾ ਤੇ ਇਸ ਉੱਤੇ ਫੱਟੀਆਂ ਜੜੀਆਂ ਗਈਆਂ ਤੇ ਏਜੰਟ ਦੇ ਹਵਾਲੇ ਕਰ ਦਿੱਤਾ। ਫਿਰ ਇਸ ਨੂੰ ਬੁੱਕ ਕਰਾਉਣ ਤੇ ਇਸ ਦੇ ਭਾੜੇ ਭਰਨ ਦਾ ਚੱਕਰ ਚੱਲਿਆ। ਡਰਦਾ ਸਾਂ ਪਤਾ ਨਹੀਂ ਫਰਿੱਜ ਦਿੱਲੀ ਪਹੁੰਚੇਗਾ ਵੀ ਜਾਂ ਨਹੀਂ। ਅਸੀਂ ਬੰਬਈ ਆ ਕੇ ਮੇਰੇ ਪੁਰਾਣੇ ਮਿੱਤਰ ਸ਼ਖੀਸ਼ ਪੰਡਤ ਕੋਲ ਠਹਿਰੇ। ਸ਼ਖੀਸ਼ ਫਿਲਿਪਸ ਕੰਪਨੀ ਦਾ ਵੱਡਾ ਅਫਸਰ ਸੀ ਤੇ ਮਾਲਬਾਰ ਹਿੱਲ ਉੱਤੇ ਇੱਕ ਖੂਬਸੂਰਤ ਬੰਗਲੇ ਵਿੱਚ ਰਹਿੰਦਾ ਸੀ। ਜੀਨੀ ਨੂੰ ਮੁੰਬਈ ਬਹੁਤ ਪਸੰਦ ਆਇਆ। ਹਰੀਆਂ ਛਤਰੀਆਂ ਵਾਲੇ ਨਾਰੀਅਲ ਦੇ ਦਰਖਤ, ਇੱਥੋਂ ਦੇ ਲੋਕਾਂ ਦੀ ਧੀਮੀ ਚਾਲ, ਚਮਕੀਲੀ ਧੁੱਪ, ਸਮੁੰਦਰ ਜੋ ਸਰਕਸ ਦੇ ਨੀਲੇ ਤੰਬੂ ਵਾਂਗ ਵਿਛਿਆ ਪਿਆ ਸੀ। ਮੈਰੀਨ ਡਰਾਈਵ, ਜਿਸ ਦੀਆਂ ਬਿਜਲੀ ਦੀਆਂ ਰੌਸ਼ਨੀਆਂ ਅਰਧ ਘੇਰੇ ਵਿੱਚ ਤਾਰਿਆਂ ਦੀ ਮਾਲਾ ਵਾਂਗ ਚਮਕਦੀਆਂ ਸਨ। ਹਵਾ ਦੇ ਨਮਕੀਨ ਝੋਕੇ, ਮਜ਼ਦੂਰੀ ਦੇ ਸਾਵਲੇ ਤੇਲੀਆਂ ਚਿਹਰੇ ਤੇ ਉਹਨਾਂ ਦੀਆਂ ਮਗਦੀਆਂ ਹੋਈਆਂ ਨਰੰਜੀ ਅੱਖਾਂ ਤੇ ਮਸ਼ੇਰਨਾ ਦੀ ਲਚਕੀਲੀ ਚਾਲ। ਨੀਲੇ ਆਕਾਸ਼ ਹੇਠ ਖਪਰੈਲ ਦੀਆਂ ਝੁੱਗੀਆਂ, ਉੱਚੇ ਝੂਮਦੇ ਦਰਖਤ, ਪਾਣੀਆਂ ਦੀਆਂ ਖੜੀਆਂ ਖਾੜੀਆਂ, ਧੂਆਂ ਛੱਡਦੀਆਂ ਚਿਮਨੀਆਂ ਤੇ ਆਕਾਸ਼ ਨਾਲ ਖਹਿੰਦੀਆਂ ਬਿਲਡਿੰਗਾਂ। ਰਜਿੰਦਰ ਸਿੰਘ ਬੇਦੀ, ਜੋ ਉਰਦੂ ਦਾ ਮਸ਼ਹੂਰ ਕਹਾਣੀ ਲੇਖਕ ਤੇ ਫਿਲਮਾਂ ਬਣਾਉਣ ਵਾਲਾ ਸੀ, ਉਸ ਦੇ ਪੁੱਤ ਦਾ ਵਿਆਹ ਸੀ। ਉਸਨੇ ਬੰਬਈ ਦੇ ਫੈਸ਼ਨੇਬਲ ਹੋਟਲ ਸਨ ਐਂਡ ਸਨ ਵਿੱਚ ਪਾਰਟੀ ਦਿੱਤੀ। ਇਹ ਹੋਟਲ ਜੂਹੂ ਦੇ ਰੇਤਲੇ ਤੱਟ ਉੱਤੇ ਸਮੁੰਦਰ ਦੇ ਕੰਢੇ ਉੱਤੇ ਸੀ। ਇਸ ਪਾਰਟੀ ਵਿੱਚ ਕਈ ਫਿਲਮ ਸਟਾਰ ਤੇ ਫਿਲਮ ਹੀਰੋਇਨਾਂ ਸਨ, ਜਿਸ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਤੇ ਸ਼ਮੀ ਕਪੂਰ ਵੀ ਸ਼ਾਮਲ ਸਨ। ਪਾਰਟੀ ਹੋਟਲ ਦੀ ਛੱਤ ਉੱਤੇ ਸੀ, ਜੋ ਪੌਦਿਆਂ ਅਤੇ ਰੋਸ਼ਨੀ ਨਾਲ ਸਜਾਈ ਗਈ ਸੀ। ਔਰਤਾਂ ਹੀਰਿਆਂ ਨਾਲ ਲੱਦੀਆਂ ਹੋਈਆਂ ਸਨ। ਰੇਸ਼ਮੀ ਸਾੜੀਆਂ ਵਿੱਚ ਲਿਪਟੀਆਂ ਭਾਰੀ ਜੂੜਿਆਂ ਵਾਲੀਆਂ ਅਮੀਰ ਔਰਤਾਂ ਦੀਆਂ ਕੱਛਾਂ ਤੇ ਛਾਤੀਆਂ ਇਤਰ ਫਲੇਲਾਂ ਨਾਲ ਤਰੋਂਖੀਆਂ ਹੋਈਆਂ ਸਨ। ਇਹ ਕੁਰਸੀਆਂ ਉੱਤੇ ਸਜੀਆਂ ਸੰਗਤਰੇ ਦਾ ਰਸ ਪੀ ਰਹੀਆਂ ਸਨ। ਮਰਦ ਵਿਸਕੀ ਦੇ ਗਲਾਸ ਚਾੜ ਰਹੇ ਸਨ। ਸਮੁੰਦਰ ਦੀ ਠੰਡੀ ਹਵਾ ਚੱਲ ਰਹੀ ਸੀ ਤੇ ਤੀਵੀਆਂ ਬਤਖਾਂ ਵਾਂਗ ਬੈਠੀਆਂ ਸਨ। ਜੀਨੀ ਨੂੰ ਭੁੱਖ ਲੱਗ ਰਹੀ ਸੀ। 8 ਪੈਗ ਪੀ ਕੇ ਮਰਦ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਨੱਚਣ ਟੱਪਣ ਤੇ ਖੋਰੂ ਪਾਉਣ ਲੱਗੇ। ਪ੍ਰਿਥਵੀ ਰਾਜ ਕਪੂਰ ਨੇ ਚਿੱਟਾ ਖੱਦਰ ਦਾ ਕੁੜਤਾ ਤੇ ਚੂੜੀਦਾਰ ਪਜਾਮਾ ਪਾਇਆ ਹੋਇਆ ਸੀ ਤੇ ਉਹ ਆਪਣੇ ਪੁੱਤਰ ਸ਼ੰਮੀ ਨੂੰ ਘੂਰ ਰਿਹਾ ਸੀ, ਜੋ ਬਾਪ ਤੋਂ ਅੱਖ ਬਚਾ ਕੇ ਕਈ ਪੈਗ ਆਪਣੇ ਹਲਕ ਹੇਠ ਸੁੱਟ ਚੁੱਕਾ ਸੀ। ਤੀਵੀਆਂ ਬੈਠੀਆਂ ਬੋਰ ਹੋ ਰਹੀਆਂ ਸਨ। ਅੱਧੀ ਰਾਤ ਹੋਣ ਲੱਗੀ ਤਾਂ ਟੀਵੀਆਂ ਇੱਕ ਕਰਕੇ ਹੇਠਾਂ ਡਾਈਨਿੰਗ ਰੂਮ ਵਿੱਚ ਡਿਨਰ ਲਈ ਜਾਣ ਲੱਗੀਆਂ। ਬਹੁਤ ਸਾਰੇ ਹੋਰ ਮਹਿਮਾਨ ਵੀ ਹੇਠਾਂ ਚਲੇ ਗਏ। ਬੇਦੀ ਫਿਲਮ ਸਟਾਰਾਂ ਦੇ ਇੱਜੜ ਨੂੰ ਹੇਠਾਂ ਹਿੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਸ ਆਖਰੀ ਪੈਗ ਕਰਦੇ ਮਰਦਾਂ ਨੇ 1 ਘੰਟਾ ਹੋਰ ਲਾ ਦਿੱਤਾ ਤੇ ਫਿਰ ਲੜਖੜਾਉਂਦੇ ਹੋਏ ਚੌੜੀਆਂ ਮਖਮਲੀ ਪੌੜੀਆਂ ਤੋਂ ਹੇਠਾਂ ਉਤਰੇ ਤੇ ਡਾਈਨਿੰਗ ਰੂਮ ਵਿੱਚ ਪਹੁੰਚੇ। ਚਿੱਟੀ ਵਰਦੀ ਵਾਲੇ ਬਹਿਰੇ, ਭਾਫਾਂ ਛੱਡਦਾ ਸੂਪ, ਤੰਦੂਰੀ ਮੁਰਗੇ, ਮੁਗਲਈ ਬਿਰਿਆਨੀ ਅਤੇ ਲਾਟਾਂ ਛੱਡਦੇ ਕੋਨੀਆਕ ਵਾਲੇ ਸੀਖ ਕਬਾਬ ਮਹਿਮਾਨਾਂ ਨੂੰ ਪਰੋਸ ਰਹੇ ਸਨ। ਜੀਨੀ ਤੇ ਮੈਂ ਪ੍ਰਿਥਵੀ ਰਾਜ ਕਪੂਰ ਨਾਲ ਇੱਕੋ ਮੇਜ਼ ਉੱਤੇ ਖਾਣਾ ਖਾਣ ਬੈਠ ਗਏ। 8 ਪ੍ਰਕਾਰ ਦਾ ਖਾਣਾ ਸੀ। ਮੇਜ਼ ਉੱਤੇ 3 ਵੱਡੀਆਂ ਮੋਮਬੱਤੀਆਂ। ਜੀਨੀ ਇੱਕ ਵੱਡੀ ਤੰਦੂਰੀ ਮੱਛੀ ਨੂੰ ਕੱਟ ਰਹੀ ਸੀ। ਜਦੋਂ ਅਸੀਂ ਉੱਚਾ ਸ਼ੋਰ ਸੁਣਿਆ, ਇਹ ਸ਼ੋਰ ਝੱਟ ਹੀ ਬੜਕਦੀਆਂ ਗੰਦੀਆਂ ਗਾਲਾਂ ਵਿੱਚ ਭੜਕ ਉੱਠਿਆ। ਨਿਕਲ ਬਾਹਰ, ਤੇਰੀ ਭੈਣ ਦੀ, ਤੇਰੀ ਮਾਂ ਦੀ ਭੈਣ ਦਿਆ ਖਸਮ, ਛੱਡ ਦੇ ਮੈਨੂੰ ਦੱਲਿਆ, ਛੱਡ ਦੇ ਮਾਦਰ ਚੋ। ਪ੍ਰਿਥਵੀ ਰਾਜ ਕਪੂਰ ਨੇ ਫੌਰਨ ਖਾਣਾ ਛੱਡ ਦਿੱਤਾ, ਉੱਠਿਆ ਤੇ ਸਿੱਧਾ ਲੜਦੇ ਹੋਏ ਮਹਿਮਾਨਾਂ ਨੂੰ ਛਡਾਉਣ ਗਿਆ। ਮੈਂ ਤੇ ਜੀਨੀ ਵੀ ਉਸੇ ਦੇ ਪਿੱਛੇ ਗਏ। 2 ਹੱਟੇ ਕੱਟੇ ਐਕਟਰ ਰੇਸ਼ਮੀ ਸੂਟ ਪਾਈ ਝੋਟਿਆਂ ਵਾਂਗ ਸਿੰਘ ਅੜਾਈ ਲੜ ਰਹੇ ਸਨ। ਉਹ ਗਾਲਾਂ ਕੱਢਦੇ, ਢੁੱਡਾਂ ਮਾਰਦੇ, ਇੱਕ ਦੂਜੇ ਨੂੰ ਧੂੰਦੇ, ਧੱਕਦੇ, ਖਿੱਚਦੇ ਹੋਏ ਫਰਸ਼ ਉੱਤੇ ਤਿਲਕਦੇ ਹੋਏ ਝੱਗਾਂ ਛੱਡ ਰਹੇ ਸਨ। ਕਈ ਲੋਕ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨਾਲ ਹੀ ਖਿੱਚੇ ਤੇ ਧੂਹੇ ਜਾ ਰਹੇ ਸਨ। ਚਮਕਦਾਰ ਗਤੀ ਵਿੱਚ ਉਹਨਾਂ ਦੀਆਂ ਹਰਕਤਾਂ ਇਉਂ ਸਨ ਜਿਵੇਂ ਪਾਗਲ ਚੰਗਿਆੜਾਂ ਮਾਰਦੇ ਸਟੀਅਰਿੰਗ ਕਰ ਰਹੇ ਹੋਣ, ਸਕੇਟਿੰਗ ਕਰ ਰਹੇ ਹੋਣ। ਬਹਿਰੇ ਖਾਣੇ ਦੀ ਟਰੇਆਂ ਚੁੱਕੀ ਧੱਕੇ ਦੇ ਹੁੱਜਾਂ ਖਾ ਰਹੇ ਸਨ। ਲੋਕ ਚੱਕਰ ਚੂੰਦਾਂ ਵਾਂਗ ਘੁੰਮ ਰਹੇ ਸਨ। ਯਕਦਮ ਫਰਸ਼ ਉੱਤੇ ਮੈਨੂੰ ਤਿਲਕਣ ਜਿਹੀ ਮਹਿਸੂਸ ਹੋਈ। ਇੱਕ ਟਰੇ ਵਿੱਚੋਂ ਮੀਟ ਤੇ ਮੱਛੀ ਡਿੱਗ ਪਏ ਸਨ ਤੇ ਲੋਕਾਂ ਦੇ ਪੈਰਾਂ ਹੇਠ ਮਿੱਧੇ ਗਏ। ਪ੍ਰਿਥਵੀ ਰਾਜ ਗਰਜਾ, ਬੰਦ ਕਰੋ ਇਹ ਬੇਹਕਵਾਸ। ਉਹ ਲੋਕਾਂ ਦੀ ਭੀੜ ਨੂੰ ਚੀੜਦਾ ਹੋਇਆ ਅੱਗੇ ਵਧਿਆ ਤੇ ਉਸਨੇ ਆਪਣਾ ਵੱਡਾ ਪੰਜਾ ਇੱਕ ਐਕਟਰ ਦੀ ਧੌਣ ਤੇ ਜਾ ਗੱਡਿਆ।
उसनूं खिच के दूजे नालों तोड़िया ते एक पासे पटक दिता। एकदम खामोशी छा गई। दोवें एक्टर हफे होए संडियां वांग सन। उन्हां दीयां जीभां निकलियां होईयां सन ते अखां पाटियां होईयां सन। जिन्नी इस वैशी लड़ाई तो डर गई। लोकां दे पैरां हेठ मिद्दी होई मच्छी ते बरियानी गोहे वर्गे हो गए सन। एक गंदी पीली लिज लिजी राब। उसका जी कचाउण लगा तो मैं उसनूं दूजे हाल विच लै गया। ਉਹ ਸਿਸਕਦੀ ਹੋਈ ਬੋਲੀ, ਮੈਂ ਨਹੀਂ ਖਾਣਾ ਨਹੀਂ ਖਾ ਸਕਦੀ। ਉਹਨਾਂ ਜਾਨਵਰਾਂ ਨੇ ਖਾਣ ਨੂੰ ਮਿੱਧ ਕੇ ਗਾਰਾ ਬਣਾ ਦਿੱਤਾ, ਜਿਵੇਂ ਕਿਸੇ ਨੇ ਉਲਟੀ ਕਰ ਦਿੱਤੀ ਹੋਵੇ। ਮੈਂ ਨਹੀਂ ਖਾ ਸਕਦੀ। ਬੇਦੀ ਦੌੜ ਕੇ ਮਹਿਮਾਨਾਂ ਨੂੰ ਫੜ ਰਿਹਾ ਸੀ ਤੇ ਮਿੰਨਤਾਂ ਕਰ ਰਿਹਾ ਸੀ ਕਿ ਉਹ ਖਾਣਾ ਖਾਣ। ਕੁਝ ਲੋਕਾਂ ਨੇ ਬੇਹੱਦ ਪੀਤੀ ਹੋਈ ਸੀ ਤੇ ਉਹ ਲੜਖੜਾ ਰਹੇ ਸਨ। ਉਹ ਖਾਣ ਲੱਗੇ। ਉਹ ਝੂਮਦੇ ਹੋਏ ਮੀਟ ਨਾਲ ਲਿਬੜੀਆਂ ਉਂਗਲਾਂ ਨੂੰ ਚੱਟ ਰਹੇ ਸਨ ਤੇ ਬਿਰਿਆਨੀ ਤੇ ਮੱਛੀ ਦੇ ਮੀਟ ਨਿਗਾਰ ਰਹੇ ਸਨ। ਉਹਨਾਂ ਦੇ ਰੇਸ਼ਮੀ ਸੂਟਾਂ ਤੇ ਕੀਮਤੀ ਨਿਕਟਾਈਆਂ ਉੱਤੇ ਮੀਟ ਦੇ ਛਿੱਟੇ ਪਈ ਜਾ ਰਹੇ ਸਨ। ਪ੍ਰਿਥਵੀ ਰਾਜ ਕਪੂਰ ਨੇ ਸਾਨੂੰ ਜੂਹੂ ਵਾਲੀ ਕੋਠੀ ਵਿੱਚ ਲੰਚ ਲਈ ਬੁਲਾਇਆ। ਉਸਨੂੰ ਪਤਾ ਸੀ ਕਿ ਜੀਨੀ ਨੂੰ ਮੱਛੀ ਬੇਹੱਦ ਪਸੰਦ ਹੈ, ਇਸ ਲਈ ਉਸਨੇ ਪਾਂਫਰੇ ਮੱਛੀ ਦਾ ਪ੍ਰਬੰਧ ਕੀਤਾ। ਅਸੀਂ ਨਾਰੀਅਲ ਦੇ ਦਰਖਤਾਂ ਹੇਠ ਬੈਠੇ ਸਾਂ। ਲੰਚ 4 ਵਜੇ ਤੱਕ ਚੱਲਦਾ ਰਿਹਾ ਤੇ ਪ੍ਰਿਥਵੀ ਰਾਜ ਆਪਣੇ ਪਹਿਲੇ ਦਿਨਾਂ ਨਾਲੋਂ ਜੱਦੋ ਜਹਿਦ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ। ਉਸਨੇ ਆਪਣੀ ਫਿਲਮਾਂ ਬਾਰੇ ਗੱਲਾਂ ਕੀਤੀਆਂ, ਆਪਣੇ 3 ਪੁੱਤਾਂ ਬਾਰੇ ਜੋ ਇੱਕ ਕਰਕੇ ਫਿਲਮ ਸਟਾਰ ਬਣ ਗਏ ਸਨ ਤੇ ਰਾਜ ਕਪੂਰ ਬਾਰੇ ਜੋ ਫਿਲਮੀ ਦੁਨੀਆ ਦਾ ਬਾਦਸ਼ਾਹ ਸੀ। ਕਿਸ ਤਰ੍ਹਾਂ ਪ੍ਰਿਥਵੀ ਰਾਜ ਨੇ ਉਸ ਨੂੰ ਥੀਏਟਰ ਵਿੱਚ ਟ੍ਰੇਨਿੰਗ ਦਿੱਤੀ ਤੇ ਕਈ ਵਾਰ ਉਸਦੇ ਕੰਨ ਖਿੱਚੇ ਤੇ ਹਮੇਸ਼ਾ ਉਸਨੂੰ ਬੱਚਿਆਂ ਵਾਂਗ ਲਾੜ ਨਾਲ ਰਾਜੂ ਆਖ ਕੇ ਬੁਲਾਇਆ। ਕਿਸ ਤਰ੍ਹਾਂ ਤਿੰਨੇ ਪੁੱਤ ਉਸਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕਰਦੇ ਸਨ, ਕਿਉਂਕਿ ਉਹ ਖੁਦ ਆਪਣੇ ਪਿਤਾ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਦੀ ਆਸ਼ੀਰਵਾਦ ਲੈ ਕੇ ਹੀ ਐਕਟਿੰਗ ਕਰਨ ਆਉਂਦਾ ਸੀ। ਪ੍ਰਿਥਵੀ ਰਾਜ ਨੇ 1944 ਵਿੱਚ ਉਸ ਵੇਲੇ ਫਿਲਮੀ ਦੁਨੀਆ ਛੱਡੀ ਜਦੋਂ ਉਹ ਬਹੁਤ ਵੱਡਾ ਫਿਲਮ ਸਟਾਰ ਸੀ। ਉਸਨੇ ਆਪਣੀ ਸਾਰੀ ਕਮਾਈ ਹਿੰਦੀ ਥੀਏਟਰ ਦੀ ਉੱਨਤੀ ਲਈ ਲਾ ਦਿੱਤੀ। ਆਪਣੇ ਥੀਏਟਰ ਦਾ ਨਾਂ ਉਸਨੇ ਰੱਖਿਆ ਸੀ ਪ੍ਰਿਥਵੀ ਥੀਏਟਰ। 16 ਸਾਲ ਇਹ ਥੀਏਟਰ ਚੱਲਦਾ ਰਿਹਾ ਤੇ ਉਸਨੇ 8 ਨਾਟਕ ਖੇਡੇ ਜੋ ਸਾਡੇ ਜੀਵਨ ਦੀਆਂ ਮਹਾਨ ਝਾਕੀਆਂ ਸਨ। ਸਮਾਜ ਅਤੇ ਰਾਜਨੀਤਿਕ ਸੰਘਰਸ਼ਾਂ ਦੇ ਪ੍ਰਦਰਸ਼ਨ। ਉਸਦੇ ਥੀਏਟਰ ਵਿੱਚ ਵੱਡੇ ਨਾਟਕ, ਵੱਡੇ ਪਸਾਰ ਵਾਲੇ ਸੀਨ, ਰੀਤਾਂ, ਰਸਮਾਂ ਅਤੇ ਬਹੁਪੱਖੇ ਜੀਵਨ ਦੀਆਂ ਝਾਕੀਆਂ ਹੁੰਦੀਆਂ ਸਨ। ਉਸਨੇ ਆਪਣੇ 90 ਐਕਟਰਾਂ ਅਤੇ ਐਕਟਰਸਾਂ ਤੇ ਬੇਸ਼ੁਮਾਰ ਸੀਨਰੀ ਨਾਲ ਭਾਰਤ ਦੇ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਨਾਟਕ ਖੇਡੇ। ਇਹਨਾਂ ਵਿੱਚ ਦੀਵਾਰ ਅਤੇ ਪਠਾਨ ਖਾਸ ਤੌਰ 'ਤੇ ਬਹੁਤ ਪ੍ਰਸਿੱਧ ਸਨ। ਇਹਨਾਂ ਵਿੱਚ ਉਸਨੇ ਖੁਦ ਹੀਰੋ ਦਾ ਰੋਲ ਪਾਠ ਕੀਤਾ ਤੇ ਇਹ ਨਾਟਕ ਉਸਦੇ ਨਾਟ ਭੰਡਾਰ ਦੇ ਜ਼ਰੂਰੀ ਅੰਗ ਸਨ। ਲਗਾਤਾਰ ਨਾਟਕ ਖੇਡਦੇ, ਸਫ਼ਰ ਕਰਦੇ ਤੇ ਸਖਤ ਮਿਹਨਤ ਕਰਦੇ ਉਸਨੇ ਆਪਣੀ ਸਿਹਤ ਗਾਲ ਲਈ, ਸਿਰ ਉੱਤੇ ਕਰਜ਼ੇ ਚਾੜ ਲਏ। ਅਖੀਰ ਉਸਨੂੰ ਥੀਏਟਰ ਬੰਦ ਕਰਨਾ ਪਿਆ। ਉਹ ਫਿਰ ਫਿਲਮ ਵਿੱਚ ਪਾਠ ਕਰਨ ਲੱਗਾ। ਸ਼ਮਕ ਵਰਗੇ ਪਤਲੇ ਸਰੀਰਦਾਰ ਪ੍ਰਿਥਵੀ ਰਾਜ ਇਹਨਾਂ ਸਾਲਾਂ ਵਿੱਚ ਭਾਰਾ ਅਤੇ ਮੋਟਾ ਹੋ ਗਿਆ ਸੀ। ਫਿਲਮਾਂ ਵਿੱਚ ਹੁਣ ਉਹ ਵੱਡੇ ਭਰਾ ਅਤੇ ਮੋਟੇ ਬੁੱਢੇ ਬਾਦਸ਼ਾਹ ਜਾਂ ਜਗੀਰਦਾਰ ਦਾ ਪਾਠ ਕਰਦਾ। ਹੁਣ ਸਾਡੇ ਨਾਲ ਲੰਚ ਖਾਂਦੇ ਹੋਏ ਪ੍ਰਿਥਵੀ ਰਾਜ 6 ਤੰਦੂਰੀ ਮੁਰਗੇ ਚੱਬ ਗਿਆ ਸੀ। ਜੀਨੀ ਨੇ ਤੰਦੂਰੀ ਪਾਂਫਰੇ ਖਾਧੇ। ਮੈਂ ਮੱਛੀ ਤੇ ਮੁਰਗਾ ਦੋਹਾਂ ਚੀਜ਼ਾਂ ਦਾ ਸਵਾਦ ਲਿਆ। ਇਸ ਭਾਰੀ ਲੰਚ ਪਿੱਛੋਂ ਉਸਨੇ ਸਾਨੂੰ ਆਪਣਾ ਘਰ ਦਿਖਾਇਆ ਤੇ ਥੀਏਟਰ ਦਾ ਸਾਜ਼ ਸਮਾਨ, ਪੁਸ਼ਾਕਾਂ, ਤਾਜ, ਜਟਾਂ, ਤਲਵਾਰਾਂ, ਪ੍ਰਾਚੀਨ ਗੜਵੀਆਂ, ਪਗੜੀਆਂ, ਸੁਨਹਿਰੀ ਅਚਕਣਾਂ, ਫਤੂਈਆਂ ਤੇ ਸੀਨਰੀਆਂ ਦੇ ਬਚੇ ਹੋਏ ਟੁਕੜੇ। ਹਰ ਚੀਜ਼ ਉੱਤੇ ਗਰਦ ਪਾਈ ਹੋਈ ਸੀ ਤੇ ਇਹਨਾਂ ਵਿੱਚੋਂ ਪੁਰਾਣੇ ਪੇਂਟ ਦੀ ਗੰਧ ਆ ਰਹੀ ਸੀ। ਮੈਂ ਇਹਨਾਂ ਪੁਸ਼ਾਕਾਂ, ਤਲਵਾਰਾਂ ਤੇ ਮੰਚ ਸਮੱਗਰੀ ਨੂੰ ਦੇਖਿਆ ਤਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਮੈਂ ਉਸ ਦੇ ਸਾਰੇ ਨਾਟਕ ਕਈ ਵਾਰ ਦੇਖੇ ਸਨ। ਮੈਂ ਪੁੱਛਿਆ, ਇਹਨਾਂ ਵਿੱਚੋਂ ਕੋਈ ਚੀਜ਼ ਬਤੌਰ ਯਾਦਗਾਰ ਲੈ ਸਕਦਾ ਹਾਂ? ਕੀ? ਉਸ ਪੁੱਛਿਆ। ਕੋਈ ਚੀਜ਼ ਵੀ, ਮਸਲਨ ਇਹ ਪਗੜੀ। ਉਹ ਉਨਾਬੀ ਰੰਗ ਦੀ ਪਗੜੀ ਸੀ, ਚਾਂਦੀ ਦੇ ਕੁੱਲੇ ਉੱਤੇ ਬੰਨੀ ਹੋਈ ਪਠਾਨ ਦੀ ਪੱਗ, ਜਿਸ ਦਾ ਪਾਤਰ ਪ੍ਰਿਥਵੀ ਰਾਜ ਨੇ ਖੇਡਿਆ ਸੀ। ਮੈਂ ਤੈਨੂੰ ਦੇ ਦੇਵਾਂਗਾ, ਉਹ ਬੋਲਿਆ। ਸ਼ੁਕਰੀਆ, ਮੈਂ ਆਖਿਆ ਤੇ ਮੈਂ ਇਹੋ ਪੱਗ ਚੁੱਕ ਲਈ। ਕੁੱਲੇ ਵਾਲੀ ਵੱਡੀ ਰੇਸ਼ਮੀ ਪੱਗ, ਜਿਸ ਦੀ ਤਾਬ ਸਮੇਂ ਮੈਂ ਮਾਂਦ ਪਾ ਦਿੱਤੀ, ਪਰ ਫਿਰ ਵੀ ਖੂਬਸੂਰਤੀ ਲੱਗ ਰਹੀ ਸੀ। ਉਹ ਬਹੁਤ ਕੀਮਤੀ ਤੇ ਪ੍ਰਾਚੀਨ ਸੀ। ਪ੍ਰਿਥਵੀ ਰਾਜ ਦਾ ਖੁਦ ਦਾ ਚਿੰਨ੍ਹ। ਧੁੱਪਾਂ ਟੇਢੀਆਂ ਹੋ ਗਈਆਂ, ਸ਼ਾਮ ਪੈ ਗਈ। ਅਸੀਂ ਸਮੁੰਦਰ ਦੇ ਕੰਢੇ ਰੇਤਲੇ ਤੱਟ ਉੱਤੇ ਸੈਰ ਕਰਨ ਨਿਕਲ ਗਏ। ਲਹਿਰਾਂ ਵਿੱਚ ਸੰਗਤਰੀ ਰੰਗ ਤੇ ਨੀਲੇ ਰੰਗ ਘੁਲ ਰਹੇ ਸਨ। ਅਸੀਂ ਸੂਰਜ ਨੂੰ ਦੇਖਿਆ। ਇੱਕ ਪਤਲੇ ਬੱਦਲ ਨੇ ਉਸ ਨੂੰ ਢੱਕ ਰੱਖਿਆ ਸੀ ਤੇ ਇਸ ਦੀ ਸ਼ਕਲ ਬਦਲਦੀ ਜਾ ਰਹੀ ਸੀ। ਪਹਿਲਾਂ ਇਹ ਤਪੇ ਹੋਏ ਥਾਲ ਵਾਂਗ ਲੱਗਿਆ, ਫਿਰ ਮੱਕੀ ਦੀ ਰੋਟੀ ਵਾਂਗ,
ਫਿਰ ਕਿਸੇ ਮਹੱਕਦੇ ਰੋਡੇ ਸਿਰ ਵਾਂਗ, ਫਿਰ ਅੱਧ ਖਾਦੇ ਤਰਬੂਜੇ ਵਾਂਗ ਜਿਸ ਨੂੰ ਕਿਸੇ ਦਿਓ ਨੇ ਚੱਕ ਮਾਰੇ ਹੋਣ, ਫਿਰ ਇੱਕ ਟੁੱਟੇ ਹੋਏ ਘੜੇ ਵਾਂਗ, ਤੇ ਹੌਲੀ ਹੌਲੀ ਇਹ ਸਮੁੰਦਰ ਵਿੱਚ ਲੱਥ ਗਿਆ। ਮਖਮਲੀ ਲਹਿਰਾਂ ਨੀਲੀਆਂ ਹੋ ਗਈਆਂ, ਫਿਰ ਗਹਿਰੀਆਂ ਸਲੇਟੀ ਵੱਡੀਆਂ ਛੱਲਾਂ ਉਮਲ ਕੇ ਅੱਗੇ ਵਧਦੀਆਂ ਤੇ ਰੇਤਲੇ ਕੰਢੇ ਨੂੰ ਆਪਣੇ ਝੱਗਾਂ ਵਾਲੇ ਬੁੱਲ੍ਹਾਂ ਨਾਲ ਚੁੰਮਦੀਆਂ। ਵੱਡਾ ਪੀਲਾ ਚੰਦ ਅਸਮਾਨ ਵਿੱਚ ਚਮਕਣ ਲੱਗਾ। ਪ੍ਰਿਥਵੀ ਰਾਜ ਗਿੱਲੀ ਰੇਤ ਉੱਤੇ ਤੁਰਦਾ ਹਫ ਰਿਹਾ ਸੀ। ਉਸਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਉਹ ਆਖਦਾ ਜਾ ਰਿਹਾ ਸੀ, ਮੈਂ ਜੂਹੂ ਵਿੱਚ ਇੱਕ ਛੋਟਾ ਜਿਹਾ ਥੀਏਟਰ ਕਾਇਮ ਕਰਾਂਗਾ। ਫਿਰ ਮੈਂ ਐਕਟ ਕਰਾਂਗਾ ਤੇ ਡਾਇਰੈਕਟ ਕਰਾਂਗਾ। ਕੁਝ ਪਾਤਰ ਮੇਰੇ ਮਨ ਉੱਤੇ ਛਾਏ ਹੋਏ ਹਨ। ਇਤਿਹਾਸਕ ਹਸਤੀਆਂ, ਚਾਣਕਿਆ, ਅਕਬਰ, ਲੋਕਮਾਨਯ ਤਿਲਕ, ਰਣਜੀਤ ਸਿੰਘ। ਜਿੰਨੀ ਬੋਲੀ, ਤੁਸੀਂ ਬਹੁਤ ਹੌਲੀ ਤੁਰਦੇ ਹੋ। ਮੇਰਾ ਜੀ ਕਰਦਾ ਹੈ ਕਿ ਰੇਤੇ ਉੱਤੇ ਦੌੜ ਲਾਵਾਂ। ਪ੍ਰਿਥਵੀ ਰਾਜ ਨੇ ਕਿਹਾ, ਜ਼ਰੂਰ, ਆਪਣੇ ਜੁੱਤੇ ਲਾਹ ਲਓ। ਇਹਨਾਂ ਨੂੰ ਇੱਥੇ ਛੱਡ ਦਿਓ ਮੇਰੇ ਕੋਲ, ਮੈਂ ਇਹਨਾਂ ਦੀ ਰਾਖੀ ਕਰਾਂਗਾ। ਅਸੀਂ ਜੁੱਤੇ ਲਾਹ ਲਏ ਤੇ ਉੱਥੇ ਰੱਖ ਦਿੱਤੇ ਤੇ ਬਹੁਤ ਤੇਜ਼ੀ ਨਾਲ ਸਮੁੰਦਰ ਦੀ ਨਮਕੀਨ ਹਵਾ ਫੱਕ ਕੇ 1 ਮੀਲ ਤੋਂ ਉੱਤੇ ਨਿਕਲ ਗਏ। ਸਾਡੇ ਪੈਰ ਗਿੱਲੇ ਰੇਤੇ ਵਿੱਚ ਧੱਸ ਰਹੇ ਸਨ। ਇੱਕ ਤਰ੍ਹਾਂ ਨਰਮ ਜ਼ਮੀਨ ਦਾ ਪਕੜਵਾਂ ਅਹਿਸਾਸ, ਇਸ ਦੀ ਖਿੱਚ, ਇਸ ਦੀ ਮਮਤਾ। ਅਸੀਂ ਰੇਤੇ ਉੱਤੇ ਵੜੀਆਂ ਪੈੜਾਂ ਛੱਡਦੇ ਜਾ ਰਹੇ ਸਨ, ਸੱਖਣੀਆਂ ਝਾਕਦੀਆਂ ਅੱਖਾਂ। ਰੇਤਲੇ ਤੱਟ ਉੱਤੇ ਆਕਾਸ਼ ਵਿੱਚੋਂ ਚੰਦ ਦੁੱਧ ਡੋਲ ਰਿਹਾ ਸੀ। ਜਿੰਨੀ ਮੈਥੋਂ ਅੱਗੇ ਦੌੜੀ ਜਾ ਰਹੀ ਸੀ, ਉਸਦੇ ਵਾਲ ਹਵਾ ਵਿੱਚ ਉੱਡ ਰਹੇ ਸਨ ਤੇ ਉਹ ਚਾਂਦੀ ਨਾਲ ਝੰਡੀ ਧੁੰਦ ਵਿੱਚ ਗੁਆਚ ਗਈ। ਮੈਂ ਖੜਾ ਗਰਜਦੇ ਸਮੁੰਦਰ ਨੂੰ ਤੱਕ ਰਿਹਾ ਸਾਂ। ਉਸਦੀਆਂ ਕਾਲੀਆਂ ਮਖਮਲੀ ਲਹਿਰਾਂ ਜੋ ਦੁਮੇਲ ਤੀਕ ਫੈਲੀਆਂ ਪਈਆਂ ਸੀ। ਯਕਦਮ ਮੈਨੂੰ ਪਾਣੀ ਤੋਂ ਖੌਫ ਆਉਣ ਲੱਗਾ। ਲਹਿਰਾਂ ਵੱਧ ਰਹੀਆਂ ਸਨ ਤੇ ਇੱਕ ਮਾਤਮੀ ਰਗ ਗਾਉਂਦੀਆਂ ਰੇਤਲੇ ਤੱਟ ਨੂੰ ਹੌਲੀ ਹੌਲੀ ਹੜਪ ਕਰ ਰਹੀਆਂ ਸਨ। ਪਾਣੀ ਦਾ ਇਹ ਕਾਲਾ ਅਜਗਰ ਅੱਗੇ ਸਰਕ ਰਿਹਾ ਸੀ। ਜਿੰਨੀ ਵਾਪਸ ਆਈ ਤੇ ਅਸੀਂ ਦੋਵੇਂ ਤੇਜ਼ ਵਾਪਸ ਮੁੜੇ। ਰੇਤਲੇ ਤੱਟ ਉੱਤੇ ਨਾਰੀਅਲ ਦੇ ਉੱਚੇ ਦਰਖਤਾਂ ਦੀਆਂ ਧਾਰੀਆਂ ਪੈ ਰਹੀਆਂ ਸਨ। ਅਸੀਂ ਦੇਖਿਆ ਪ੍ਰਿਥਵੀ ਰਾਜ ਚੌਂਕੜੀ ਮਾਰੀ ਬੈਠਾ ਹੌਲੀ ਹੌਲੀ ਕੋਈ ਪੁਰਾਣਾ ਗੀਤ ਗਾ ਰਿਹਾ ਸੀ, ਕੋਈ ਧਾਰਮਿਕ ਭਜਨ। ਉਸ ਦੀਆਂ ਅੱਖਾਂ ਬੰਦ ਸਨ ਤੇ ਸਿਰ ਝੂਮ ਰਿਹਾ ਸੀ। ਇਹ ਗੀਤ ਇੱਕ ਪ੍ਰਕਾਰ ਸਮੁੰਦਰ ਦੀ ਅਰਾਧਨਾ ਸੀ। ਉਸ ਨੇ ਅੱਖਾਂ ਖੋਲ੍ਹੀਆਂ। ਆਹ, ਲਾਹੋ ਤੁਹਾਡੀ ਸ਼ਾਲ ਤੇ ਇਹ ਸੰਭਾਲੋ ਆਪਣੇ ਜੁੱਤੇ। ਅਸੀਂ ਉਸ ਨੂੰ ਜੱਫੀ ਪਾਈ ਤੇ ਉਸ ਦੀ ਕੋਠੀ ਵੱਲ ਤੁਰ ਪਏ। ਇੱਥੇ ਹੀ ਕਰਦੇ ਹਾਂ ਪਹਿਲੇ ਭਾਗ ਦੀ ਸਮਾਪਤੀ। ਨਾਵਲ ਦਾ ਨਾਂ ਜਿਵੇਂ ਕਿ ਪਹਿਲਾਂ ਦੁਹਰਾਇਆ ਸੀ, ਨੰਗੀ ਧੁੱਪ, ਲੇਖਕ ਬਲਵੰਤ ਗਾਰਗੀ। ਇਹ ਉਹਦੀ ਸਵੈ ਜੀਵਨੀ ਹੈ ਜਿਸ ਦੇ 17 ਭਾਗ ਨੇ। ਅੱਜ ਅਸੀਂ ਇਹਦਾ ਪਹਿਲਾ ਭਾਗ ਖ਼ਤਮ ਕੀਤਾ ਆ। ਆਸ ਕਰਦੇ ਹਾਂ ਕਿ ਬਾਕੀ ਭਾਗ ਵੀ ਜਲਦੀ ਖ਼ਤਮ ਕਰ ਲਏ ਜਾਣਗੇ ਤਾਂ ਜੋ ਸਾਰੇ ਦਾ ਸਾਰਾ ਨਾਵਲ ਮਿਲਦਾ ਆ ਅਗਲੇ ਭਾਗ ਵਿੱਚ। ਤਦ ਤੱਕ ਲਈ ਰੱਬ ਰਾਖਾ। ਖੁਸ਼ ਰਹੋ, ਹੱਸਦੇ ਵਸਦੇ ਰਹੋ ਤੇ ਖੁਸ਼ੀਆਂ ਮਾਣੋ।